ਤੇਗ ਦੇ ਧਨੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਸਤਿਗੁਰਾਂ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ। ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਰਗਾਹ ਵਿੱਚ ਪਿਛਲੇ ਪਹਿਰ ਦੇ ਸਜੇ ਹੋਏ ਸੁੰਦਰ ਸੱਚਖੰਡ ਦੀ ਦੀਵਾਨਾਂ ਦੇ ਵਿੱਚ ਹਾਜ਼ਰੇ ਗੁਰੂ ਕੀ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੇ ਹੋ ਜੋ ਆਪ ਜੀ ਨਿਤਾ ਪ੍ਰਤ ਗੁਰ ਚਰਨਾਂ ਦੇ ਵਿੱਚ ਜੁੜ ਕਰਕੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਅਤੇ ਗੁਰ ਇਤਿਹਾਸ ਦੀ ਵਿਚਾਰ ਨੂੰ ਸਰਵਣ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਰਬੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਉਪਰੰਤ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਨ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਇੱਧਰ ਗੋਇੰਦਵਾਲ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਾਉਲੀ ਸਾਹਿਬ ਦੀ ਕਾਰ ਸੇਵਾ ਆਰੰਭ ਕੀਤੀ ਹੋਈ ਹੈ। ਕਾਰ ਸੇਵਾ ਚੱਲ ਰਹੀ ਹੈ। ਉਧਰ ਅਕਬਰ ਬਾਦਸ਼ਾਹ ਚਤੌੜ ਦਾ ਕਿਲਾ ਫਤਿਹ ਕਰਨਾ ਚਾਹੁੰਦਾ ਹੈ ਤੇ ਗੁਰੂ ਸਾਹਿਬ ਜੀ ਨੇ ਸੁਭਾਵਕ ਕਿਹਾ ਕਿ ਜਦੋਂ ਬਾਉਲੀ ਦਾ ਕੱਢ ਟੁੱਟੇਗਾ ਉਦੋਂ ਕਿਲਾ ਫਤਿਹ ਹੋਵੇਗਾ। ਉਸੇ ਤਰ੍ਹਾਂ ਹੋਇਆ। ਅਕਬਰ ਬਾਦਸ਼ਾਹ ਬੜਾ ਪ੍ਰਸੰਨ ਹੋਇਆ, ਬੜਾ ਭਰੋਸਾ, ਬੜਾ ਪ੍ਰੇਮ ਵਧਿਆ ਗੁਰੂ ਪਾਤਸ਼ਾਹ ਜੀ ਦੇ ਤਾਈਂ। ਬੜੀ ਸ਼ਰਧਾ ਧਾਰਨ ਕੀਤੀ। ਗੋਇੰਦਵਾਲ ਸਾਹਿਬ ਦਰਸ਼ਨ ਕਰਨ ਵਾਸਤੇ ਆਇਆ। ਇੱਕ ਗੰਗੋ ਸ਼ਾਹ ਜਿਹੜਾ ਧਨ ਦਾ ਵਣਜ ਕਰਦਾ ਸੀ, ਇਹਨੂੰ ਕਾਰੋਬਾਰ ਦੇ ਵਿੱਚ ਘਾਟਾ ਪੈ ਗਿਆ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਮਹਿਮਾ ਸੁਣੀ। ਗੋਇੰਦਵਾਲ ਸਾਹਿਬ ਚੱਲ ਕੇ ਆਇਆ। ਦੱਸਣ ਲੱਗਾ ਕਿ ਮੈਨੂੰ ਕਾਰੋਬਾਰ ਦੇ ਵਿੱਚ ਬਹੁਤ ਘਾਟਾ ਪੈ ਗਿਆ। ਗੁਰੂ ਸਾਹਿਬ ਜੀ ਦੀ ਸੇਵਾ ਕਰਦਾ ਗੁਰੂ ਸਾਹਿਬ ਪ੍ਰਸੰਨ ਹੋਏ ਤੇ ਪਾਤਸ਼ਾਹ ਕਹਿਣ ਲੱਗੇ, ਜਾ ਗੰਗੋ ਸ਼ਾਹ ਦਿੱਲੀ ਚਲਾ ਜਾ, ਉੱਥੇ ਜਾ ਕੇ ਸ਼ਾਹੂਕਾਰੇ ਦਾ ਕੰਮ ਕਰ ਲੈ, ਆੜਤ ਕਰ ਲੈ। ਗੁਰੂ ਸਾਹਿਬ ਦਾ ਹੁਕਮ ਪਾ ਕੇ ਗੰਗੋ ਸ਼ਾਹ ਨੇ ਦਿੱਲੀ ਜਾ ਕੇ ਸ਼ਾਹੂਕਾਰੇ ਦਾ ਕੰਮ ਆਰੰਭ ਕਰ ਲਿਆ। ਬਹੁਤ ਕਾਰੋਬਾਰ ਵਧਿਆ, ਬੜਾ ਧਨੀ ਹੋਇਆ, ਸ਼ਾਹੂਕਾਰ ਬਣ ਗਿਆ, ਵੱਡਾ ਸ਼ਾਹੂਕਾਰ ਕਮਾਉਣ ਲੱਗਾ। ਇੱਕ ਦਿਨ ਇੱਕ ਲੋੜਵੰਦ ਬ੍ਰਾਹਮਣ ਚੱਲ ਕੇ ਆਇਆ ਜਿਹਦੀ ਕੰਨਿਆ ਦੀ ਸ਼ਾਦੀ ਸੀ, ਵਿਆਹ ਦੇ ਕਾਰਜ ਵਾਸਤੇ ਮਾਇਆ ਚਾਹੀਦੀ ਸੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਗੰਗੋ ਸ਼ਾਹ ਦੇ ਨਾਂ ਤੇ 50 ਰੁਪਏ ਦੀ ਹੁੰਡੀ ਲਿਖ ਕੇ ਦਿੱਤੀ। ਜਿਵੇਂ ਅੱਜ ਆਪਾਂ ਚੱਕ ਜਿਹੜਾ ਉਹ ਭਰ ਕੇ ਦਿੰਦੇ ਆ, ਉਹ ਹੁੰਡੀ ਦਿੱਤੀ ਤੇ ਬ੍ਰਾਹਮਣ ਨੂੰ ਕਿਹਾ ਗੰਗੋ ਸ਼ਾਹ ਕੋਲ ਦਿੱਲੀ ਚਲਾ ਜਾ, ਉੱਥੋਂ ਜਾ ਕੇ ਮਾਇਆ ਪ੍ਰਾਪਤ ਕਰ ਲੈ। ਬ੍ਰਾਹਮਣ ਗਿਆ, ਦਿੱਲੀ ਪਹੁੰਚਿਆ, ਗੰਗੋ ਸ਼ਾਹ ਨੂੰ ਮਿਲਿਆ ਤੇ ਗੰਗੋ ਸ਼ਾਹ ਨੇ ਧਨ ਦੇਣ ਤੋਂ ਇਨਕਾਰ ਕਰ ਦਿੱਤਾ, ਧਨ ਨਹੀਂ ਦਿੱਤਾ। ਬ੍ਰਾਹਮਣ ਵਾਪਸ ਆ ਗਿਆ। ਇੱਧਰੋਂ ਗੁਰੂ ਸਾਹਿਬ ਜੀ ਨੇ ਕੋਲੋਂ ਧਨ ਦੇ ਕੇ ਕਾਰਜ ਕੀਤਾ ਤੇ
ਗੰਗੋ ਸ਼ਾਹ ਦਾ ਜਿਹੜਾ ਕੰਮਕਾਰ ਸੀ ਉਹ ਦਿਨੋਂ ਦਿਨ ਘਟਣਾ ਸ਼ੁਰੂ ਹੋ ਗਿਆ। ਕਾਰੋਬਾਰ ਵਿੱਚ ਘਾਟਾ ਪਿਆ। ਪਛਤਾਉਂਦਾ ਹੈ, ਝੂਰਦਾ ਕਿ ਮੈਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਨਹੀਂ ਮੰਨਿਆ। ਉਹਨਾਂ ਦੀ ਕਿਰਪਾ ਸਦਕਾ ਮੇਰਾ ਕਾਰੋਬਾਰ ਵਧਿਆ ਤੇ ਉਹਨਾਂ ਨੇ ਹੁੰਡੇ ਲਿਖ ਕੇ ਭੇਜਣਾ ਕੀਤੀ। ਮੈਂ ਦੇਣ ਤੋਂ ਇਨਕਾਰੀ ਹੋਇਆ। ਅੱਜ ਫਿਰ ਮੇਰੀ ਇਹ ਹਾਲਤ ਹੋਈ ਹੈ। ਝੂਰਦਾ ਹੋਇਆ, ਪਛਤਾਉਂਦਾ ਹੋਇਆ ਧੰਨ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਗੋਇੰਦਵਾਲ ਸਾਹਿਬ ਪਹੁੰਚਿਆ। ਇੱਥੇ ਰਹਿ ਕੇ ਸੇਵਾ ਕਰਨ ਲੱਗਾ। ਇਹਦੀ ਸੇਵਾ ਨੂੰ ਵੇਖ ਕਰਕੇ ਫਿਰ ਇੱਕ ਦਿਨ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਸੰਨ ਹੋਏ। ਫਿਰ ਉਸੇ ਤਰ੍ਹਾਂ ਖੁਸ਼ੀਆਂ ਬਖਸ਼ਿਸ਼ ਕੀਤੀਆਂ, ਘਰ ਭੇਜਣਾ ਕੀਤਾ। ਆਓ ਗੁਰੂ ਸਾਹਿਬ ਇਸੇ ਤਰ੍ਹਾਂ ਰਹਿਮਤਾਂ ਬਖਸ਼ਿਸ਼ਾਂ ਨਾਲ ਸਿੱਖ ਸੰਗਤਾਂ ਨੂੰ ਨਵਾਜ ਰਹੇ ਨੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਰ ਹੋਤ ਨਿਤ ਬਾਪਿਕਾ ਕਰੇ ਪ੍ਰੇਮ ਸੋ ਦਾਸ। ਗੋਇੰਦਵਾਲ ਸਾਹਿਬ ਵਿਖੇ ਬਾਉਲੀ ਦੀ ਕਾਰ ਸੇਵਾ ਚੱਲ ਰਹੀ ਹੈ। ਬੇਅੰਤ ਸਿੱਖ ਸੰਗਤਾਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚਦੀਆਂ। ਬੜੇ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਮਿਲ ਕਰਕੇ ਸੇਵਾ ਕਰਦੀਆਂ ਹਨ। ਕਿਰਪਾ ਦ੍ਰਿਸ਼ਟ ਜਿਸ ਕੇ ਪਿਖਤ ਤਿਸ ਕੀ ਗਿਆਨ ਪ੍ਰਕਾਸ਼। ਕਿਰਪਾਲੂ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਸ ਪਾਸੇ ਵੱਲ ਵੀ ਕਿਰਪਾ ਦ੍ਰਿਸ਼ਟੀ ਕਰਦੇ, ਜਿਸ ਪਾਸੇ ਵੱਲ ਵੀ ਦੇਖਦੇ, ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਪੈਂਦੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਸਿੱਖ ਸੰਗਤਾਂ ਜਦੋਂ ਪ੍ਰੇਮ ਵਿੱਚ ਭਿੱਜ ਕਰਕੇ ਭਾਵਨਾ ਨਾਲ ਸੇਵਾ ਕਰਦੀਆਂ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਦੇ ਘਰ ਪ੍ਰਸੰਨ ਹੋਏ। ਜਦੋਂ ਕਿਰਪਾ ਦ੍ਰਿਸ਼ਟੀ ਪਾਉਂਦੇ ਤੇ ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਪੈਂਦੀ ਭਾਵਨਾ ਵਾਲੇ ਹਿਰਦਿਆਂ ਤੇ ਸਤਿਗੁਰੂ ਰਹਿਮਤ ਕਰਦੇ, ਉਹਨਾਂ ਦੇ ਹਿਰਦਿਆਂ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਚੌਪਈ ਲਿਆਈ ਈਟਕਾਂ ਕਰਦਮ ਕਰਕੇ। ਹੁਣ ਸਿੱਖ ਸੰਗਤਾਂ ਚੱਲ ਕੇ ਗੋਇੰਦਵਾਲ ਸਾਹਿਬ ਆਉਂਦੀਆਂ। ਇੱਟਾਂ ਢੋਣ ਦੀ ਸੇਵਾ, ਗਾਰਾ ਬਣਾਉਣ ਦੀ ਸੇਵਾ, ਇਹ ਸਾਰੀ ਸੇਵਾ ਸਿੱਖ ਸੰਗਤਾਂ ਬੜੇ ਪ੍ਰੇਮ ਦੇ ਨਾਲ ਕਰਦੀਆਂ ਹਨ। ਚੂਨਾ ਪ੍ਰਿਥਮ ਸੁਨੀਕ ਸੁਧਰ ਕੇ। ਚੂਨਾ ਤਿਆਰ ਕਰਕੇ ਲਿਆਉਂਦੇ, ਕਿਸ ਚੰਗੀ ਤਰ੍ਹਾਂ ਦੇ ਨਾਲ ਸਵਾਰ ਕੇ ਜਿਹੜਾ ਚੂਨਾ ਹੈ ਜਿਹਦੀ ਚਨਾਈ ਕੀਤੀ ਜਾਣੀ ਹੈ ਉਹ ਚੂਨਾ ਤਿਆਰ ਕਰਕੇ ਲਿਆਉਂਦੇ ਹਨ। ਪੀਸੇ ਚਾਕੀ ਮੈਂ ਕਰ ਪ੍ਰੇਮ। ਉਹਨੂੰ ਚੂਨੇ ਨੂੰ ਬਰੀਕ ਕਰਨ ਵਾਸਤੇ ਪਹਿਲਾਂ ਚੰਗੀ ਤਰ੍ਹਾਂ ਚੱਕੀ ਦੇ ਵਿੱਚ ਪੀਂਦੇ, ਚੱਕੀ ਦੇ ਵਿੱਚ ਪੀਸ ਕਰਕੇ ਫਿਰ ਉਹ ਚੂਨਾ ਜਿਹੜਾ ਤਿਆਰ ਕੀਤਾ ਜਾਂਦਾ ਹੈ। ਸਿਰ ਤਰ ਗਮਨੇ ਹਿਤ ਛੇਮ। ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਸਿੱਖ ਸੰਗਤਾਂ ਇਸ ਤਰ੍ਹਾਂ ਦੇ ਨਾਲ ਚੂਨਾ ਪੀਸਦੀਆਂ। ਪੀਸ ਕਰਕੇ ਫਿਰ ਉਹਨੂੰ ਟੋਕਰੀਆਂ ਵਿੱਚ ਪਾ ਕੇ ਸਿਰ ਤੇ ਚੁੱਕ ਕਰਕੇ ਢੋਣਾ ਕਰਦੇ। ਕਿਸ ਕੋ ਕਿਮ ਕੋਈ ਨੈ ਕਹੇ। ਹੁਣ ਸੇਵਾ ਕਰਦਿਆਂ ਕੋਈ ਵੀ ਇੱਕ ਦੂਜੇ ਨਾਲ ਗੱਲ ਨਹੀਂ ਕਰਦਾ। ਇਹ ਨਹੀਂ ਕਿ ਸੇਵਾ ਕਰ ਰਹੇ ਨੇ ਤੇ ਸੇਵਾ ਕਰਦਿਆਂ ਦੁਨਿਆਵੀ ਗੱਲਾਂ ਵੀ ਨਾਲ ਚੱਲ ਰਹੀਆਂ ਨੇ, ਇੱਧਰ ਉੱਧਰ ਦੀਆਂ ਗੱਲਾਂ ਮਾਰਦੇ ਨਹੀਂ। ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਬੜੇ ਸਾਵਧਾਨ ਹੋ ਕੇ ਬਿਨਾਂ ਇੱਕ ਦੂਜੇ ਨੂੰ ਕੁਝ ਕਿਹਾ ਇਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਨੇ। ਇੱਕ ਦੂਜੇ ਨੂੰ ਕੁਝ ਬੋਲਦੇ ਨਹੀਂ। ਆਪੇ ਕਰਨ ਸੇਵ ਸ਼ੁਭ ਚਾਹੇ। ਹੁਣ ਆਪੇ ਸਾਰੇ ਸੇਵਾ ਕਰਨੀ ਚਾਹੁੰਦੇ ਨੇ ਬੜੇ ਪ੍ਰੇਮ ਦੇ ਨਾਲ। ਪ੍ਰੇਮ ਭਰੇ ਹਿਰਦੇ ਜਿਹੜੇ ਹਨ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰ ਰਹੇ ਹਨ। ਇੱਕ ਆਵੇ ਇੱਕ ਲੀਲੀ ਜਾਏ। ਹੁਣ ਇੱਟਾਂ ਢੋਣ ਦੀ ਸੇਵਾ ਹੈ, ਗਾਰੇ ਦੀ ਸੇਵਾ ਹੈ, ਚੂਨੇ ਦੀ ਸੇਵਾ ਹੈ। ਹੁਣ ਇੱਕ ਟੋਕਰੀਆਂ ਭਰ ਭਰ ਕੇ ਲਿਆ ਰਹੇ ਨੇ, ਇੱਕ ਰੱਖ ਰੱਖ ਕੇ ਖਾਲੀ ਲੈ ਲੈ ਕੇ ਵਾਪਸ ਮੁੜ ਰਹੇ ਹਨ।
ਕਾਰੀਗਰ ਕੇ ਢਿਗ ਪਹੁੰਚਾਏ। ਜਿੱਥੇ ਬੌਲੇ ਦੀ ਕਾਰ ਸੇਵਾ ਆਰੰਭ ਸੀ, ਕਾਰੀਗਰ ਲੱਗੇ ਹੋਏ ਸਨ। ਕਾਰੀਗਰਾਂ ਦੇ ਕੋਲ ਇਹ ਜਿਹੜਾ ਲੋੜੀਂਦਾ ਸਮਾਨ ਸੀ, ਸਮੱਗਰੀ ਸੀ, ਉਹ ਕਾਰੀਗਰਾਂ ਦੇ ਕੋਲ ਲਿਆ ਕੇ ਪਹੁੰਚਾਉਂਦੇ ਹਨ, ਇੱਥੇ ਰੱਖਦੇ ਹਨ। ਜਿਉਂ-ਜਿਉਂ ਕਰੇ ਪ੍ਰੀਤ ਸੋ ਸੇਵਾ, ਜਿਉਂ-ਜਿਉਂ ਹਿਰਦੇ ਦੇ ਵਿੱਚ ਪ੍ਰੀਤ ਧਾਰਨ ਕਰਕੇ ਪ੍ਰੇਮ ਦੇ ਨਾਲ ਗੁਰੂ ਕੇ ਸਿੱਖ ਸੇਵਾ ਕਰਦੇ, ਤਿਉਂ-ਤਿਉਂ ਲਖ ਸਭ ਕੀ ਗੁਰ ਦੇਵਾ। ਤੇ ਸਤਿਗੁਰੂ ਪਾਤਸ਼ਾਹ ਜੀ ਤਿਉਂ-ਤਿਉਂ ਸਾਰਿਆਂ ਦੇ ਹਿਰਦਿਆਂ ਦੀ ਭਾਵਨਾ, ਸਾਰਿਆਂ ਦੀ ਸੇਵਾ ਨੂੰ ਵੇਖਦੇ ਨੇ। ਅੰਤਰਜਾਮੀ ਸਤਿਗੁਰੂ ਪਾਤਸ਼ਾਹ ਜਾਣਦੇ ਨੇ ਕਿ ਸਿੱਖ ਸੰਗਤਾਂ ਬੜਾ ਭਾਵ, ਬੜਾ ਪ੍ਰੇਮ ਦੇ ਨਾਲ, ਬੜੇ ਸਤਿਗੁਰੂ ਪਾਤਸ਼ਾਹ ਜੀ ਕੇ ਹਿਰਦੇ ਜਿਹੜੇ ਚਾਅ ਨਾਲ ਭਰੇ ਹੋਏ ਨੇ, ਉਹ ਸਤਿਗੁਰੂ ਪਾਤਸ਼ਾਹ ਵੇਖਦੇ ਕਿ ਬੜੀ ਸੇਵਾ ਕਰਕੇ ਪ੍ਰਸੰਨ ਹੋ ਰਹੇ ਹਨ। ਪੂਰੇ ਮਨੋ ਕਾਮਨਾ ਤਿਨ ਕੀ, ਤੇ ਜਿਹੜੀਆਂ ਸਿੱਖ ਸੰਗਤਾਂ ਇਸ ਤਰ੍ਹਾਂ ਭਾਵਨਾ ਨਾਲ ਸੇਵਾ ਕਰਦੀਆਂ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਪਰਸੀਐ ਪਹੁਮ ਪਾਤਕ ਬੇਨਾਸੈ, ਗੁਰੂ ਅਮਰਦਾਸ ਪਰਸੀਐ ਸਿਰ ਸਾਧਕ ਆਸਾਸੈ। ਐਸੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਹੜੀਆਂ ਸੰਗਤਾਂ ਭਾਵਨਾ ਦੇ ਨਾਲ ਸੇਵਾ ਕਰਦੀਆਂ, ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਨ। ਵਿਆਪਕ ਜੋਤ ਸਭਨ ਮੈਂ ਜਿਨ ਕੀ, ਜਿਹੜੇ ਜੋਤ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਦੀ ਸਾਰਿਆਂ ਦੇ ਵਿੱਚ ਵਿਆਪਕ ਹੈ। ਏਕ ਸਿੱਖ ਕਾਬਲ ਮੈਂ ਰਹੇ, ਇੱਕ ਸਿੱਖ ਸਤਿਗੁਰੂ ਪਾਤਸ਼ਾਹ ਜੀ ਦਾ ਜੋ ਕਾਬਲ ਦੇ ਵਿੱਚ ਰਹਿੰਦਾ ਹੈ। ਕਾਬਲ ਅਫਗਾਨਿਸਤਾਨ ਦੀ ਰਾਜਧਾਨੀ ਹੈ, ਜਿੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਵੀ ਗਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਗੁਰੂ ਹਰਰਾਏ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਸਿੱਖੀ ਦਾ ਬਹੁਤ ਬੋਲਬਾਲਾ ਹੋਇਆ, ਬੜੀ ਸਿੱਖੀ ਵਧੀ। ਸੋ ਕਾਬਲ ਦੇ ਵਿੱਚ ਕਿ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਅਨੰਨ ਪਿਆਰਾ ਸੇਵਕ ਸਿੱਖ ਰਹਿੰਦਾ ਹੈ। ਪਤੀ ਬ੍ਰਤਾ ਇਸਤਰੀ ਜਿਸ ਆਹੇ, ਇਸ ਸਿੱਖ ਦੀ ਜਿਹੜੀ ਘਰ ਵਾਲੀ ਸੀ, ਜਿਹੜੀ ਇਹਦੀ ਪਤਨੀ ਸੀ, ਉਹ ਪਤੀਵ੍ਰਤ ਔਰਤ ਸੀ, ਆਪਣੇ ਧਰਮ ਨੂੰ ਪਾਲਣ ਵਾਲੀ ਪਤੀਵ੍ਰਤਾ ਦੇ ਵਿੱਚ ਪ੍ਰਪੱਕ ਸੀ। ਪਤ ਮੈਂ ਪ੍ਰੇਮ ਜਾਮਨੀ ਦਿਨ ਮੈਂ, ਦਿਨੇ ਰਾਤ ਆਪਣੇ ਪਤੀ ਦੇ ਪ੍ਰੇਮ ਵਿੱਚ ਮਗਨ ਰਹਿੰਦੀ, ਦਿਨੇ ਰਾਤ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੀ, ਪ੍ਰੇਮ ਵਿੱਚ ਭਿੱਜੀ ਰਹਿੰਦੀ। ਹੋਰੇ ਨਾ ਅਪਰ ਪੁਰਸ਼ ਕੋ ਮਨ ਮੈਂ, ਹੋਰ ਕਿਸੇ ਵੀ ਪਰਾਏ ਪੁਰਸ਼ ਦਾ ਖਿਆਲ ਆਪਣੇ ਮਨ ਵਿੱਚ ਨਾ ਰੱਖਦੀ, ਕੇਵਲ ਤੇ ਕੇਵਲ ਆਪਣੇ ਪਤੀ ਨੂੰ ਸਮਰਪਿਤ ਹੋ ਕੇ ਪਤੀਵ੍ਰਤਾ ਜਿਹੜਾ ਜੀਵਨ ਸੀ ਦਾ ਧਰਮ ਨਿਭਾ ਰਹੀ ਸੀ, ਆਪਣੇ ਪਤੀ ਨਾਲ ਪ੍ਰੇਮ ਕਰਦੀ, ਉਹਦੇ ਪ੍ਰੇਮ ਵਿੱਚ ਭਿੱਜੀ ਰਹਿੰਦੀ, ਕਦੇ ਵੀ ਪਰਪੁਰਸ਼ ਦਾ ਖਿਆਲ ਉਹਦੇ ਮਨ ਵਿੱਚ ਨਹੀਂ ਆਇਆ। ਤੈਂ ਸਿੱਖ ਨੇ ਸਿੱਖੀ ਸੋ ਦ੍ਰਿੜਾਈ, ਸਤਿਗੁਰੂ ਪਾਤਸ਼ਾਹ ਜੀ ਦੇ ਉਸ ਸਿੱਖ ਨੇ ਜਿਹੜਾ ਕਾਬਲ ਵਿੱਚ ਰਹਿੰਦਾ ਸੀ, ਜਿਹਦੀ ਪਤੀਵ੍ਰਤਾ ਜਿਹੜੀ ਇਹ ਔਰਤ ਸੀ, ਜਿਹਦੀ ਉਹ ਜਿਸ ਤਰ੍ਹਾਂ ਉਹਨੇ ਗੁਰੂ ਸਾਹਿਬ ਜੀ ਦੀ ਸਿੱਖੀ ਦ੍ਰਿੜ ਕਰਕੇ ਧਾਰਨ ਕੀਤੀ ਹੋਈ ਸੀ, ਗੁਰੂ ਸਾਹਿਬ ਜੀ ਦੀ ਇਹ ਸਿੱਖੀ ਜੋ ਹੈ, ਆਪਨ ਭਾਰ ਜਾ ਕੋ ਸੁਖਦਾਈ, ਸੁਖ ਦੇ ਦੇਣ ਵਾਲੀ ਹੈ ਗੁਰੂ ਕੀ ਸਿੱਖੀ, ਸੁਖਦਾਤੀ। ਇਹ ਸਿੱਖੀ ਜਿਹੜੀ ਆਪਣੀ ਘਰਵਾਲੀ ਨੂੰ ਵੀ ਉਸਨੇ ਦ੍ਰਿੜ ਕਰਵਾਈ ਹੈ। ਪਤ ਬ੍ਰਤ ਤੇ ਤੈਂ ਸ਼ਕਤ ਵਿਸਾਲਾ, ਸਤਿਗੁਰੂ ਪਾਤਸ਼ਾਹ ਜੀ ਦੇ ਉਸ ਸਿੱਖ ਦੀ ਘਰਵਾਲੀ ਜਿਹੜੀ ਸੀ, ਪਤੀਵ੍ਰਤਾ ਹੋਣ ਕਰਕੇ ਉਹਨੇ ਬਹੁਤ ਵੱਡੀ ਜਿਹੜੀ ਸ਼ਕਤੀ ਹੈ ਉਹ ਧਾਰਨ ਕੀਤੀ ਹੋਈ ਸੀ। ਪਤੀਵ੍ਰਤਾ ਧਰਮ ਦੀ ਪਾਲਣਾ ਕਰਕੇ ਉਹਦੇ ਵਿੱਚ ਬਹੁਤ ਵੱਡੀ ਸ਼ਕਤੀ ਜਿਹੜੀ ਸੀ ਉਹ ਚੁੱਕੀ ਸੀ। ਜੈ ਚਾਹੇ ਪਹੁੰਚੇ ਤਤਕਾਲਾ, ਐਸੀ ਸ਼ਕਤੀ ਧਾਰਨ ਕੀਤੀ ਹੋਈ ਸੀ ਕਿ ਜਿੱਥੇ ਵੀ ਉਹ ਚਾਹੁੰਦੀ ਸੀ ਉੱਥੇ ਤਤਸ਼ਰ ਵਿੱਚ ਪਹੁੰਚ ਜਾਂਦੀ ਸੀ, ਉਹਦੇ ਪਹੁੰਚਣ ਵਿੱਚ ਦੇਰੀ ਨਹੀਂ ਸੀ ਲੱਗਦੀ। ਜਿੱਥੇ ਵੀ ਉਹ ਜਾਣਾ ਚਾਹੁੰਦੀ ਸੀ, ਪਤੀਵ੍ਰਤਾ ਔਰਤ ਜਿਹੜੀ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਉਸ ਸਿੱਖ ਦੇ ਘਰ ਵਾਲੇ, ਉਹ ਹੁਣ ਦੇਖੋ ਕਿ ਕਿੰਨੀ ਉਹਦਾ ਪਤੀ ਨਾਲ ਭਾਵਨਾ ਪ੍ਰੇਮ ਹੈ, ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ, ਉਹਦੀ ਆਗਿਆਕਾਰੀ ਹੋ ਕੇ ਵਿਚਰਦੀ ਹੈ, ਤੇ ਐਸੀ ਸ਼ਕਤੀ ਉਹਨੇ ਧਾਰਨ ਕੀਤੀ ਹੈ ਇਹ ਧਰਮ ਨਿਭਾਉਂਦਿਆਂ ਹੋਇਆਂ ਕਿ ਜਿੱਥੇ ਵੀ ਉਹ ਜਾਣਾ ਚਾਹੁੰਦੀ ਹੈ ਉੱਥੇ ਬੜੀ ਛੇਤੀ ਦੇ ਨਾਲ ਪਹੁੰਚ ਜਾਂਦੇ। ਕੋਸ ਹਜ਼ਾਰੋਂ ਕਟਕਾ ਮਾਈ, ਹਜ਼ਾਰਾਂ ਕੋ ਉਹ ਇੱਕ ਘੜੀ ਦੇ ਵਿੱਚ ਪੈਂਡਾ ਤੈਅ ਕਰਕੇ ਪਹੁੰਚ ਜਾਂਦੀ ਹੈ, ਐਸੀ ਸ਼ਕਤੀ ਉਹਨੇ ਧਾਰਨ ਕੀਤੀ ਹੈ। ਹਜ਼ਾਰਾਂ ਕੋ ਪੈਂਡਾ
ਉਹ ਇੱਕ ਛਿਣ ਮਾਤਰ ਦੇ ਵਿੱਚ ਘੜੀ ਦੇ ਵਿੱਚ ਜਿਹੜਾ ਉਹ ਤੈਅ ਕਰਕੇ ਉੱਥੇ ਪਹੁੰਚ ਜਾਂਦੀ ਹੈ। ਪਹੁੰਚਤ ਦੇਰ ਲਗੇ ਜਿਸ ਨਾਈ, ਜਿੰਨੂੰ ਹਜ਼ਾਰਾਂ ਕੋ ਪੈਂਡਾ ਤੈਅ ਕਰਦਿਆਂ ਕੋਈ ਦੇਰੀ ਨਹੀਂ ਲੱਗਦੀ। ਇਤਿਆਦਿਕ ਸ਼ਕਤੀ ਕੋ ਧਾਰਤ, ਇਸ ਪ੍ਰਕਾਰ ਦੇ ਨਾਲ ਉਹਨੇ ਇਹ ਸ਼ਕਤੀ ਜਿਹੜੀ ਉਤਾਰਨ ਕੀਤੀ ਹੋਈ ਹੈ। ਸਦਾ ਪ੍ਰੇਮ ਪਤ ਸੋ ਪ੍ਰਤਪਾਰਿਤ, ਜਿਹੜੀ ਹਰ ਵੇਲੇ ਆਪਣੇ ਪਤੀ ਦੇ ਤਾਈਂ ਪ੍ਰੇਮ ਨੂੰ ਸੰਭਾਲਦੀ ਹੈ। ਕੇਵਲ ਆਪਣੇ ਪਤੀ ਨਾਲ ਪ੍ਰੇਮ ਕਰਦੀ ਹੈ, ਪਰ ਪੁਰਸ਼ ਦਾ ਧਿਆਨ ਨਹੀਂ ਕਰਦੇ, ਆਪਣੇ ਪਤੀ ਦੀ ਪ੍ਰੀਤ ਨੂੰ ਸੰਭਾਲਦੀ ਹੈ। ਕਾਰ ਬਾਪਿਕਾ ਕੀ ਤਿਸ ਜਾਨੀ, ਹੁਣ ਇਸ ਸਿੱਖ ਦੇ ਘਰ ਵਾਲੀ ਨੇ ਇਹਨੇ ਵੀ ਜਾਣਿਆ ਸੁਣਿਆ ਕਿ ਗੋਇੰਦਵਾਲ ਸਾਹਿਬ ਵਿਖੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇੱਕ ਤੀਰਥ ਸਥਾਨ ਰਚ ਰਹੇ ਨੇ, ਬਾਉਲੀ ਦੀ ਕਾਰ ਸੇਵਾ ਆਰੰਭ ਕੀਤੀ ਹੈ। ਤਿਆਰ ਕਰਾਵਤ ਗੁਰ ਗੁਣ ਖਾਨੀ, ਗੁਨਾਹ ਦੇ ਖਾਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਬਾਉਲੀ ਸਾਹਿਬ ਤਿਆਰ ਕਰਵਾ ਰਹੇ ਹਨ। ਫਲ ਵਿਸਾਲ ਲਘੂ ਸੇਵਾ ਕੀਨੇ, ਜਿਹੜੇ ਸੇਵਾ ਥੋੜੀ ਸੇਵਾ ਕਰਕੇ ਜਿਹੜੀ ਮਹਾਨ ਕਾਰ ਸੇਵਾ ਆਰੰਭ ਕੀਤੀ ਹੈ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਾਉਲੀ ਰਚਨ ਦੇ, ਉਹਦੀ ਥੋੜੀ ਸੇਵਾ ਕਰਕੇ ਬਹੁਤਾ ਫਲ ਪ੍ਰਾਪਤ ਹੁੰਦਾ ਹੈ। ਸੇਵਾ ਥੋੜੀ ਭਾਵੇਂ ਕਰੀਏ ਪਰ ਸਤਿਗੁਰੂ ਪਾਤਸ਼ਾਹ ਜੀ ਉਹਦਾ ਬਹੁਤਾ ਫਲ ਬਖਸ਼ਦੇ ਹਨ। ਕੌਣ ਤਜੇ ਅਸ ਜਿਨ ਮਨ ਚੀਨੇ, ਜਿਨੇ ਇਹ ਜਾਣ ਲਿਆ ਉਹ ਐਸਾ ਮੌਕਾ ਐਸਾ ਸਮਾਂ ਨਹੀਂ ਗਵਾਉਂਦਾ, ਉਹ ਐਸਾ ਸਮਾਂ ਹੱਥੋਂ ਜਾਣ ਨਹੀਂ ਦਿੰਦਾ। ਸੋ ਸਿੱਖਨੀ ਕਾਬਲ ਤੇ ਆਵੇ, ਇਹ ਜਿਹੜੀ ਸਿੱਖਣੀ ਹੈ ਉਹ ਸਿੱਖ ਦੇ ਘਰ ਵਾਲੇ ਕਾਬਲ ਤੋਂ ਚੱਲ ਕਰਕੇ ਗੋਇੰਦਵਾਲ ਸਾਹਿਬ ਆਉਂਦੀ ਹੈ। ਪ੍ਰਾਤ ਹੋਤ ਗੁਰ ਸੇਵ ਕਮਾਵੇ, ਸਵੇਰ ਹੁੰਦਿਆਂ ਹੀ ਕਾਬਲ ਤੋਂ ਗੋਇੰਦਵਾਲ ਸਾਹਿਬ ਪਹੁੰਚ ਜਾਂਦੀ, ਸਵੇਰ ਤੋਂ ਹੀ ਸੇਵਾ ਦੇ ਵਿੱਚ ਲੱਗ ਜਾਂਦੀ ਹੈ। ਸਗਰੇ ਦਿਵਸ ਟੈਲ ਕੋ ਕਰਈ, ਸਾਰਾ ਦਿਨ ਜਿਹੜਾ ਉਹ ਗੁਰੂ ਕੀ ਟਹਿਲ ਸੇਵਾ ਕਰਦਿਆਂ ਬਤੀਤ ਕਰਦੇ। ਖਨ ਤੇ ਕਾਰ ਸੁਵੈਰ ਨਿਕਰਈ, ਹੁਣ ਉੱਥੋਂ ਬਾਉਲੀ ਸਾਹਿਬ ਦੀ ਜਿਹੜੀ ਕਾਰ ਸੇਵਾ ਚੱਲ ਰਹੀ ਹੈ, ਮਿੱਟੀ ਪੁੱਟਦੇ ਪੁੱਟ ਕੇ ਟੋਕਰੀਆਂ ਭਰ ਕੇ ਉਹਨੂੰ ਬਾਹਰ ਸੁੱਟ ਕੇ ਆਉਂਦੀ ਹੈ। ਚੂਨਾ ਈਟ ਦੇਤ ਪਹੁੰਚਾਏ, ਚੂਨਾ ਇੱਟਾਂ ਆਦਿਕ ਜਿਹੜੀ ਸਮੱਗਰੀ ਹੈ ਉਹ ਕਾਰੀਗਰਾਂ ਦੇ ਕੋਲ ਪਹੁੰਚਾਉਂਦੀ, ਭਾਵਨਾ ਨਾਲ ਸੇਵਾ ਕਰਦੀ। ਧਰੇ ਪ੍ਰੇਮ ਬੋ ਚੌਂਪ ਵਧਾਏ, ਬੜਾ ਪ੍ਰੇਮ ਹਿਰਦੇ ਅੰਦਰ ਵਧਾ ਕੇ ਬੜਾ ਪ੍ਰੇਮ ਧਾਰਨ ਕਰਕੇ ਇਸ ਪ੍ਰਕਾਰ ਦੇ ਨਾਲ ਸੇਵਾ ਕਰਦੀ ਹੈ। ਕੈਸੋ ਕਰੇ ਬੋਲ ਬੋ ਨਾਈ, ਹੁਣ ਕਿਸੇ ਦੇ ਨਾਲ ਉਹ ਬੋਲਦੀ ਨਹੀਂ, ਧਿਆਨ ਗੁਰੂ ਚਰਨਾਂ ਦਾ ਹਿਰਦੇ ਵਿੱਚ ਵਸਾਉਂਦੀ ਹੈ ਤੇ ਸੇਵਾ ਕਰਦਿਆਂ ਕਿਸੇ ਨਾਲ ਵੀ ਕੋਈ ਬਚਨ ਨਹੀਂ ਕਰਦੀ, ਕਿਸੇ ਦੇ ਨਾਲ ਵੀ ਉਹ ਬੋਲਦੀ ਨਹੀਂ। ਸਤਿਗੁਰ ਚਰਨ ਧਰੇ ਉਰਮਾਈ, ਕੇਵਲ ਸਤਿਗੁਰੂ ਪਾਤਸ਼ਾਹ ਜੀ ਦੇ ਚਰਨ ਹਿਰਦੇ ਵਿੱਚ ਵਸਾ ਕੇ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਸੇਵਾ ਕਰਦੇ। ਪਰੇ ਨਿਸਾ ਹੋਏ ਅੰਤਰ ਧਿਆਨ, ਤੇ ਜਦੋਂ ਇਸ ਤਰ੍ਹਾਂ ਦੇ ਨਾਲ ਸਾਰਾ ਦਿਨ ਗੁਰੂ ਕੀ ਟਹਿਲ ਸੇਵਾ ਕਰਦਿਆਂ ਬਤੀਤ ਹੁੰਦਾ, ਸੰਧਿਆ ਦਾ ਸਮਾਂ ਹੁੰਦਾ, ਜਦੋਂ ਰਾਤ ਪੈਣ ਲੱਗਦੇ ਤੇ ਫਿਰ ਅੰਤਰ ਧਿਆਨ ਹੋ ਕੇ ਨਿਜ ਕਰ ਕਾਬਲ ਕਰੇ ਪਿਆਨ, ਕਾਬਲ ਦੇ ਵਿੱਚ ਜਿੱਥੇ ਇਹਦਾ ਘਰ ਸੀ ਅੰਤਰ ਧਿਆਨ ਹੋ ਕੇ ਗੋਇੰਦਵਾਲ ਸਾਹਿਬ ਤੋਂ ਕਾਬਲ ਦੇ ਵਿੱਚ ਆਪਣੇ ਘਰ ਵਿੱਚ ਪਹੁੰਚ ਜਾਂਦੇ। ਖਾਨ ਪਾਨ ਸਭ ਕੁਟੰਬ ਸਮੇਤ, ਤੇ ਆਪਣੇ ਪਰਿਵਾਰ ਨਾਲ ਫਿਰ ਮਿਲ ਕੇ ਭੋਜਨ ਪ੍ਰਸ਼ਾਦ ਤਿਆਰ ਕਰਦੀ, ਜਿਹੜਾ ਘਰ ਪਰਿਵਾਰ ਦੀ ਜ਼ਿੰਮੇਵਾਰੀ ਆ ਉਹਨੂੰ ਵੀ ਨਿਭਾਉਂਦੀ, ਭੋਜਨ ਪ੍ਰਸ਼ਾਦ ਤਿਆਰ ਕਰਕੇ ਸਾਰਿਆਂ ਨਾਲ ਮਿਲ ਬੈਠ ਕੇ ਭੋਜਨ ਛਕਦੀ ਹੈ। ਕਰ ਸੁਪਤੇ ਸੋ ਆਪਨ ਨਿਕੇਤ, ਤੇ ਫਿਰ ਭੋਜਨ ਪ੍ਰਸ਼ਾਦ ਛਕ ਕੇ ਆਰਾਮ ਕਰਨ ਦੇ ਲਈ ਆਪਣੇ ਘਰ ਦੇ ਵਿੱਚ ਸੁਖ ਦੇ ਸਹਿਤ ਲੇਟਦੇ ਹਨ, ਆਰਾਮ ਕਰਦੇ ਹਨ। ਹੋਤ ਪ੍ਰਾਤ ਪੁਨ ਆਏ ਅਚਾਨਕ, ਤੇ ਫਿਰ ਜਦੋਂ ਸਵੇਰ ਹੁੰਦੀ ਪ੍ਰਭਾਤ ਹੁੰਦੀ ਅੰਮ੍ਰਿਤ ਵੇਲੇ ਉੱਠਦੀ, ਇਸ਼ਨਾਨ ਪਾਨ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਿਮਰ ਕਰਕੇ ਕਾਰ ਵਿਹਾਰ ਘਰ ਦਾ ਸਮੇਟ ਕੇ ਸਵੇਰ ਹੁੰਦਿਆਂ ਫਿਰ ਗੋਇੰਦਵਾਲ ਸਾਹਿਬ ਆਣ ਪਹੁੰਚਦੀ ਹੈ। ਕਰੇ ਸੇਵ ਸਿਮਰੇ ਸ਼੍ਰੀ ਨਾਨਕ, ਤੇ ਸੇਵਾ ਕਰਦਿਆਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਿਮਰਦੀ ਹੈ। ਆਪਣੀ ਰਸਨਾ ਤੋਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜਿਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਿਮਰਦੀ ਹੈ, ਸੇਵਾ ਕਰਦੇ ਆ।
ਦੇਖਤ ਸਿੱਖ ਅਚੰਬੈ ਰਹੇ। ਹੁਣ ਸਿੱਖ ਸੰਗਤਾਂ ਹਰ ਰੋਜ਼ ਵੇਖਦੇ ਇਹ ਬੀਬੀ ਜਿਹੜੀ ਆਉਂਦੀ ਹੈ ਸੇਵਾ ਕਰਦੀ ਹੈ, ਇਸ ਤਰ੍ਹਾਂ ਦੇ ਨਾਲ ਕਿਸੇ ਨਾਲ ਬੋਲਦੀ ਨਹੀਂ, ਮੁਖ ਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਸਿਮਰਦੀ ਹੈ। ਇਸ ਨੂੰ ਸੇਵਾ ਕਰਦਿਆਂ ਸਾਰੇ ਵੇਖ ਕੇ ਬੜੇ ਹੈਰਾਨ ਹੁੰਦੇ। ਤਿਸ ਇਸਤਰੀ ਕੋ ਭੇਵ ਨ ਲਹੇ। ਹੁਣ ਇਸਤਰੀ ਦਾ ਭੇਦ ਨਹੀਂ ਜਾਣਦੇ, ਜਿਸ ਤਰ੍ਹਾਂ ਦੇ ਨਾਲ ਇਹ ਕਿੱਥੋਂ ਆਉਂਦੀ ਹੈ, ਕਿੱਥੇ ਜਾਂਦੀ ਹੈ, ਸੇਵਾ ਕਰਦੀ ਹੈ, ਇਹਦੇ ਇਸ ਭੇਦ ਨੂੰ ਕੁਝ ਜਾਣਦੇ ਨਹੀਂ। ਸੇਵਾ ਕਰਤੀ ਹਾਥ ਪਸਾਰੇ। ਤੇ ਸੇਵਾ ਕਰਦਿਆਂ ਕਰਦਿਆਂ ਕਦੇ ਕਦੇ ਹੱਥ ਜਿਹੜਾ ਉਹ ਪਸਾਰਦੇ, ਭਾਵ ਅੱਗੇ ਨੂੰ ਵਧਾਉਂਦੀ ਹੈ। ਜਿਸ ਤਰ੍ਹਾਂ ਆਪਾਂ ਝੂਲਾ ਦਈਏ, ਹੱਥ ਅੱਗੇ ਨੂੰ ਵਧਾ ਕੇ ਫਿਰ ਪਿੱਛੇ ਕਰ ਲੈਨੇ ਆ, ਇਸ ਤਰ੍ਹਾਂ ਦੇ ਨਾਲ ਹੱਥ ਜਿਹੜੇ ਉਹ ਪਸਾਰਦੀ ਹੈ, ਝੂਲਾ ਚਲਾਉਂਦੀ ਹੈ। ਪਲਨਾ ਕੋ ਝੂਲਵਾਨ ਧਾਰੇ। ਜਿਵੇਂ ਝੂਲੇ ਨੂੰ ਝੂਲਾ ਦੇਣ ਵਾਸਤੇ ਹੱਥ ਜਿਹੜਾ ਪਸਾਰ ਕਰਕੇ ਅੱਗੇ ਨੂੰ ਝੂਟਾ ਦਿੰਨੇ ਆ, ਫਿਰ ਹੱਥ ਪਿੱਛੇ ਖਿੱਚ ਲੈਂਦੇ ਆ, ਇਸ ਤਰ੍ਹਾਂ ਦੇ ਨਾਲ ਹੱਥ ਪਸਾਰਦੀ ਹੈ। ਬੌਰ ਕਾਰ ਕੋ ਕਰੇ ਬਣਾਏ। ਤੇ ਫਿਰ ਜਿਹੜੇ ਕਾਰ ਸੇਵਾ ਦੇ ਵਿੱਚ ਉਸੇ ਤਰ੍ਹਾਂ ਲੱਗ ਜਾਂਦੀ, ਫਿਰ ਗੁਰੂ ਕੀ ਟਹਿਲ ਸੇਵਾ, ਕਾਰ ਸੇਵਾ ਉਸੇ ਤਰ੍ਹਾਂ ਕਰਦੀ ਹੈ। ਪੁਨ ਕਟਿਕਾ ਮੈਂ ਦੇਤ ਚੁਲਾਈ। ਫਿਰ ਇੱਕ ਘੜੀ ਦਾ ਸਮਾਂ ਜਦੋਂ ਬਤੀਤ ਹੁੰਦਾ, ਘੜੀ ਕੁ ਪਿੱਛੋਂ ਫਿਰ ਉਸੇ ਤਰ੍ਹਾਂ ਇੱਕ ਹੱਥ ਦੇ ਨਾਲ ਜਿਹੜਾ ਹੈ ਉਹ ਲੂਣਾ ਦਿੰਦੀ ਹੈ। ਕਹਤੇ ਆਵੇ ਜਾਏ ਹਮੇਸ਼। ਇਹ ਕਿੱਥੋਂ ਆਉਂਦੀ ਹੈ ਤੇ ਕਿੱਥੇ ਚਲੀ ਜਾਂਦੀ ਹੈ। ਰੋਜ਼ ਸੇਵਾ ਵਿੱਚ ਵੀ ਪਹੁੰਚਦੀ ਹੈ ਤੇ ਰਾਤਰੀ ਦਾ ਸਮਾਂ ਹੁੰਦਾ, ਸ਼ਾਮ ਸਮੇਂ ਫਿਰ ਚਲੀ ਜਾਂਦੀ ਹੈ। ਇਹ ਕਿੱਥੋਂ ਚੱਲ ਕੇ ਆਉਂਦੀ ਤੇ ਕਿੱਥੇ ਜਾਂਦੀ ਹੈ। ਨੈ ਜਾਣੇ ਸਭ ਬਿਸਮ ਵਿਸ਼ੇਸ਼। ਸਾਰੇ ਬੜੇ ਹੈਰਾਨ ਨੇ, ਕੋਈ ਜਾਣ ਨਹੀਂ ਸਕਦਾ ਇਸ ਭੇਦ ਨੂੰ। ਅਜੇ ਤੱਕ ਕਿਸੇ ਨੇ ਨਹੀਂ ਜਾਣਿਆ, ਕਿਸੇ ਨੂੰ ਪਤਾ ਨਹੀਂ ਚੱਲਿਆ ਕਿ ਬੀਬੀ ਕਿੱਥੋਂ ਆਉਂਦੀ ਹੈ, ਕਿੱਥੇ ਚਲੀ ਜਾਂਦੀ ਹੈ। ਦੂਜੇ ਹੱਥ ਪਸਾਰ ਤਹੀਰੇ। ਤੇ ਦੂਜਾ ਉਹ ਜਦੋਂ ਹੱਥ ਪਸਾਰਦੀ ਹੈ, ਜਿਵੇਂ ਝੂਟਾ ਦਿੰਦੀ ਹੈ ਅੱਗੇ ਨੂੰ ਕਰਕੇ ਹੱਥ ਵਧਾ ਕੇ, ਉਹ ਵੇਖ ਕਰਕੇ ਵੀ ਸਾਰੇ ਬੜੇ ਹੈਰਾਨ ਹਨ ਕਿ ਇਹ ਕੀ ਕਾਰਨ ਹੋਇਆ, ਇਸ ਤਰ੍ਹਾਂ ਦੇ ਨਾਲ ਕਿਉਂ ਕਰਦੀ ਹੈ। ਲਖੇ ਨਗਤ ਅਚਰਜ ਬਡੇਰੇ। ਹੁਣ ਇਹ ਕੋਈ ਗਤ ਇਹਦੇ ਬਾਰੇ ਕੋਈ ਜਾਣ ਨਹੀਂ ਸਕਦਾ, ਬੜਾ ਯਤਨ ਕਰਦੇ ਪਰ ਕਿਸੇ ਨੂੰ ਕੋਈ ਭੇਦ ਪਤਾ ਨਹੀਂ ਚੱਲਿਆ, ਇਸ ਕਰਕੇ ਬੜੇ ਹੈਰਾਨ ਹੋਏ ਦੇਖਦੇ ਹਨ। ਬੂਝ ਨ ਸਕੇ ਪ੍ਰੇਮ ਸੋ ਸੇਵੇ। ਹੁਣ ਸਾਰੇ ਪ੍ਰੇਮ ਦੇ ਨਾਲ ਸੇਵਾ ਕਰਦਿਆਂ ਇਸ ਬੀਬੀ ਨੂੰ ਵੇਖਦੇ ਨੇ, ਪਰ ਕੋਈ ਵੀ ਇਹਦੇ ਭੇਦ ਨੂੰ ਨਹੀਂ ਜਾਣ ਸਕਿਆ। ਕਰੇ ਕਾਰ ਕੋ ਲਖੇ ਨ ਭੇਵੇ। ਹੁਣ ਕਾਰ ਕਰਦੀ ਹੈ, ਜਿਹੜੀ ਕਾਰ ਸੇਵਾ ਕਮਾਉਂਦੀ ਹੈ, ਗੁਰੂ ਸਾਹਿਬ ਦੇ ਕੋਲ ਰਹਿ ਕੇ ਗੋਇੰਦਵਾਲ ਸਾਹਿਬ ਆ ਕਰਕੇ, ਉਹਦੇ ਭੇਦ ਨੂੰ ਕਿਸੇ ਨੇ ਜਾਣਿਆ ਨਹੀਂ, ਕੋਈ ਵੀ ਨਹੀਂ ਜਾਣ ਸਕਿਆ। ਆਪਸ ਮੈਂ ਚਰਚਾ ਬੋ ਕਰੇ। ਇਸ ਪ੍ਰਕਾਰ ਦੇ ਨਾਲ ਮਿਲ ਕੇ ਹੁਣ ਆਪਸ ਦੇ ਵਿੱਚ ਸਿੱਖ ਚਰਚਾ ਕਰਦੇ ਨੇ। ਜਦੋਂ ਵੇਖਦੇ ਨੇ ਇਹਨੂੰ ਰੋਜ਼ ਸੇਵਾ ਕਰਦਿਆਂ, ਹੱਥ ਪਸਾਰਦੀ ਹੈ, ਅੱਗੇ ਝੂਲਾ ਚਲਾਉਂਦੀ ਹੈ ਤੇ ਸ਼ਾਮ ਸਮੇਂ ਚਲੀ ਜਾਂਦੀ ਹੈ, ਸਾਰਾ ਕੁਝ ਵੇਖ ਕੇ ਹੁਣ ਜਦੋਂ ਕਿਸੇ ਕੋਲੋਂ ਜਾਣਿਆ ਨਹੀਂ ਗਿਆ ਤੇ ਸਾਰੇ ਸਿੱਖ ਮਿਲ ਕੇ ਆਪਸ ਦੇ ਵਿੱਚ ਗੱਲਾਂ ਕਰਦੇ, ਵਿਚਾਰ ਕਰਦੇ ਹਨ। ਕਿਸੂ ਕੋ ਕੁਛ ਸਮਝ ਨ ਪਰੇ। ਪਰ ਕਿਸੇ ਨੂੰ ਵੀ ਕੁਝ ਸਮਝ ਨਹੀਂ ਆਉਂਦਾ। ਵਿਚਾਰ ਸਾਰੇ ਕਰਦੇ ਨੇ ਇਸ ਦੇ ਬਾਬਤ, ਪਰ ਕਿਸੇ ਦੇ ਵੀ ਕੋਈ ਸਮਝ ਵਿੱਚ ਨਹੀਂ ਆਉਂਦਾ। ਅੰਤਰ ਬ੍ਰਿਤ ਇਕਾਗਰ ਸੁਰਤ। ਹੁਣ ਆਪਸ ਵਿੱਚ ਗੱਲਾਂ ਕਰਦੇ ਕਿ ਇਸ ਬੀਬੀ ਦੀ ਜਿਹੜੀ ਹੈ ਉਹ ਬਿਰਤੀ ਜਿਹੜੀ ਹੈ ਉਹ ਪ੍ਰਮਾਤਮਾ ਨਾਲ ਜੁੜੀ ਹੋਈ ਹੈ, ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜੀ ਹੋਈ ਹੈ, ਸੁਰਤ ਦਾ ਟਿਕਾ ਬਣਿਆ ਹੋਇਆ ਹੈ, ਸੁਰਤ ਇਹਦੀ ਇਕਾਗਰ ਹੈ। ਕਾਰ ਕਰਨ ਮੈਂ ਧਰਤੀ ਫੁਰਤ। ਕਹਿਣ ਲੱਗੇ ਗੁਰੂ ਕੀ ਕਾਰ ਸੇਵਾ ਕਰਦੇ ਆ, ਬੜੀ ਫੁਰਤੀ ਨਾਲ ਸੇਵਾ ਕਰਦੀ ਹੈ। ਸੇਵਾ ਕਰਦੇ ਆ ਇਹਦੇ ਵਿੱਚ ਕੋਈ ਆਲਸ ਨਹੀਂ ਆਉਂਦਾ, ਕਾਰ ਸੇਵਾ ਕਰਦੇ ਆ ਬੜੀ ਫੁਰਤੀ ਦੇ ਨਾਲ ਸੇਵਾ ਕਰਦੀ ਹੈ। ਨਿਤ ਪ੍ਰਤ ਸੇਵਾ ਮੈਂ ਹਿਤਵਾਨੀ। ਤੇ ਹਿਤ ਲਾ ਕੇ ਬੜੇ ਪ੍ਰੇਮ ਦੇ ਨਾਲ ਹਰ ਰੋਜ਼ ਗੁਰੂ ਕੀ ਸੇਵਾ ਵਿੱਚ ਲੱਗੀ ਰਹਿੰਦੀ ਹੈ। ਬਿਨ ਆਲਸ ਉਦਮ ਬੋਠਾਨੀ। ਜਿਹੜੇ ਬਿਨਾ ਆਲਸ ਤੋਂ ਉਦਮ ਦੇ ਸਹਿਤ ਗੁਰੂ ਕੀ ਸੇਵਾ ਕਮਾਉਂਦੀ ਹੈ, ਗੁਰੂ ਕੀ ਸੇਵਾ ਕਰਦੇ ਆ ਰੰਚਕ ਮਾਤਰ ਵੀ ਆਲਸ ਨਹੀਂ ਕਰਦੇ। ਬਹੁਤ ਦਿਵਸ ਇਸ ਭਾਂਤ ਬਿਤਾਏ। ਇਸ ਤਰ੍ਹਾਂ ਦੇ ਨਾਲ ਸੇਵਾ ਕਰਦੇ ਆ ਜਦੋਂ ਕਈ ਦਿਨ ਬਤੀਤ ਹੋਏ। ਅਚਰਜ ਮੈਂ ਨਿਤ ਸਿੱਖ ਸਮੁਦਾਏ। ਸਾਰੇ ਜਿੰਨੇ ਵੀ ਸਿੱਖ ਸੰਗਤਾਂ ਸਨ ਉੱਥੇ ਸੇਵਾ ਕਰਨ ਵਾਲੀਆਂ, ਇਹ ਕੌਤਕ ਨੂੰ ਵੇਖ ਕਰਕੇ ਸਾਰੇ ਬਹੁਤ ਹੈਰਾਨ ਸਨ। ਮਿਲ ਸਗਰੇ ਸਤਿਗੁਰ ਪੈ ਗਏ। ਹੁਣ ਇੱਕ ਦਿਨ ਕੀ ਹੋਇਆ,
ਕਿ ਸਾਰੇ ਸਿੱਖ ਇਕੱਠੇ ਹੋ ਕੇ, ਜਦੋਂ ਪਹਿਲਾਂ ਇਹਨਾਂ ਨੇ ਯਤਨ ਕੀਤਾ ਪਰ ਨਹੀਂ ਜਾਣ ਸਕੇ, ਕੋਈ ਭੇਦ ਨਹੀਂ ਜਾਣਿਆ ਗਿਆ, ਬੜੇ ਵਿਚਾਰ ਕਰਦੇ ਰਹੇ, ਤੇ ਉਹਨੇ ਇੱਕ ਦਿਨ ਸਾਰੇ ਇਕੱਠੇ ਹੋ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਚੱਲ ਕੇ ਗਏ। ਬਿਸਮਤ ਮਤ ਸੋ ਬੂਜਤ ਪਏ। ਬੜੇ ਹੈਰਾਨ ਹੋਏ, ਸਤਿਗੁਰੂ ਪਾਤਸ਼ਾਹ ਜੀ ਨੂੰ ਪੁੱਛਣ ਲੱਗੇ, ਹੇ ਪ੍ਰਭ ਜੀ ਆਵਤ ਇਕ ਮਾਈ। ਕਹਿਣ ਲੱਗੇ, ਹੇ ਪ੍ਰਭੂ ਜੀ, ਇਹ ਸਤਿਗੁਰੂ ਪਾਤਸ਼ਾਹ ਜੀ, ਇੱਕ ਮਾਈ ਹਰ ਰੋਜ਼ ਚੱਲ ਕੇ ਆਉਂਦੀ ਹੈ, ਕਾਰ ਸੇਵਾ ਕਰਦੀ ਹੈ। ਮਿਲਤ ਸਬਨ ਮੈਂ ਕਾਰ ਕਮਾਈ। ਉਹ ਹਰ ਰੋਜ਼ ਇੱਥੇ ਪਹੁੰਚਦੀ ਹੈ ਗੋਇੰਦਵਾਲ ਸਾਹਿਬ, ਤੇ ਜਿੱਥੇ ਸਾਰੀਆਂ ਸਿੱਖ ਸੰਗਤਾਂ ਸੇਵਾ ਕਰਦੀਆਂ ਨੇ, ਸਾਰਿਆਂ ਦੇ ਨਾਲ ਮਿਲ ਕੇ ਹਰ ਰੋਜ਼ ਪ੍ਰੇਮ ਸਹਿਤ ਸੇਵਾ ਕਰਦੀ ਹੈ। ਜਾਮਨ ਮੈਂ ਅਲੋਪ ਹੋਏ ਜਾਏ। ਤੇ ਜਦੋਂ ਰਾਤ ਦਾ ਸਮਾਂ ਹੁੰਦਾ ਹੈ, ਦਿਨ ਵੇਲੇ ਤਾਂ ਸਾਰਾ ਦਿਨ ਸੰਗਤ ਨਾਲ ਮਿਲ ਕੇ ਕਾਰ ਸੇਵਾ ਕਰਦੀ ਹੈ, ਤੇ ਜਦੋਂ ਰਾਤ ਦਾ ਸਮਾਂ ਹੁੰਦਾ ਹੈ, ਰਾਤ ਦੇ ਸਮੇਂ ਉਹ ਅਲੋਪ ਹੋ ਜਾਂਦੀ ਹੈ। ਸਭ ਕੇ ਦੇਖਤ ਦਿਖਤ ਨਾ ਕਾਏ। ਹੁਣ ਸਾਰਿਆਂ ਦੇ ਦੇਖਦਿਆਂ ਦੇਖਦਿਆਂ ਅਲੋਪ ਹੋ ਜਾਂਦੀ ਹੈ, ਕਿਸੇ ਨੂੰ ਮੁੜ ਕੇ ਨਜ਼ਰ ਨਹੀਂ ਆਉਂਦੀ। ਸਾਰਾ ਦਿਨ ਤਾਂ ਅਸੀਂ ਉਹਨੂੰ ਵੇਖਦੇ ਆ, ਸੇਵਾ ਕਰਦੇ ਆ, ਪਰ ਜਦੋਂ ਰਾਤਰੀ ਦਾ ਸਮਾਂ ਹੁੰਦਾ ਹੈ, ਉਹ ਸਾਰੇ ਸਾਡੇ ਵੇਖਦਿਆਂ ਵੇਖਦਿਆਂ ਅਲੋਪ ਹੋ ਜਾਂਦੀ ਹੈ, ਮੁੜ ਕੇ ਕਿਸੇ ਨੂੰ ਨਜ਼ਰ ਨਹੀਂ ਆਉਂਦੇ। ਪ੍ਰਾਤ ਹੋਤ ਪ੍ਰਗਟ ਪੁਨ ਤੈਸੇ। ਤੇ ਫਿਰ ਸਵੇਰ ਦਾ ਸਮਾਂ ਹੁੰਦਾ ਤੇ ਫਿਰ ਪ੍ਰਗਟ ਹੋ ਜਾਂਦੀ ਹੈ, ਫਿਰ ਆਣ ਪਹੁੰਚਦੀ ਹੈ, ਸੇਵਾ ਵਿੱਚ ਹਾਜ਼ਰ ਹੋ ਜਾਂਦੀ ਹੈ। ਕਰਤਕਾਰ ਸਭ ਸਿੱਖਨ ਜੈਸੇ। ਜਿਵੇਂ ਸਾਰੀਆਂ ਸਿੱਖ ਸੰਗਤਾਂ ਮਿਲ ਕੇ ਕਾਰ ਸੇਵਾ ਕਰਦੇ ਹਨ। ਇੱਕ ਅਚਰਜ ਪੁਨ ਕਰਤ ਸੋ ਔਰ। ਜਿੱਥੇ ਉਹ ਸਾਰਿਆਂ ਨਾਲ ਮਿਲ ਕੇ ਸੇਵਾ ਕਰਦੀ ਹੈ, ਸਿੱਖ ਸੰਗਤਾਂ ਸੇਵਾ ਕਰਦੀਆਂ ਨੇ, ਪਰ ਇੱਕ ਜਿਹੜਾ ਬੜਾ ਹੈਰਾਨ ਕਰਨ ਵਾਲਾ ਕੌਤਕ ਅਸੀਂ ਵੇਖਿਆ, ਜਿਹੜਾ ਉਹ ਕਰਦੀ ਹੈ। ਕਾਰ ਕਰਤ ਬੈਠਤ ਜਿਸ ਠੌਰ। ਕਾਰ ਸੇਵਾ ਕਰਦਿਆਂ ਜਿਸ ਜਗ੍ਹਾ ਤੇ ਬੈਠ ਕੇ ਸੇਵਾ ਕਰਦੀ ਹੈ। ਹਾਥ ਪਸਾਰ ਸੰਕੋਚਿਤ ਫੇਰ। ਤੇ ਸਤਿਗੁਰੂ ਪਾਤਸ਼ਾਹ ਜੀ ਉਹ ਅੱਗੇ ਵੱਲ ਨੂੰ ਆਪਣਾ ਇੱਕ ਹੱਥ ਪਸਾਰਦੀ ਹੈ, ਅੱਗੇ ਵੱਲ ਨੂੰ ਆਪਣਾ ਇੱਕ ਹੱਥ ਪਸਾਰ ਕੇ ਉਹਨੂੰ ਫਿਰ ਪਿਛਾਂ ਖਿੱਚ ਲੈਂਦੀ ਹੈ। ਜਾਣਿਓ ਜਾਏ ਨਾ ਹਾਰੇ ਹੇਰ। ਸਤਿਗੁਰੂ ਪਾਤਸ਼ਾਹ ਜੀ ਅਸੀਂ ਬੜਾ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਬੜੇ ਹੈਰਾਨ ਆ ਉਹਦਾ ਇਹ ਕੌਤਕ ਵੇਖ ਕੇ, ਪਰ ਸਾਡੇ ਕੋਲੋਂ ਉਹਦਾ ਇਹ ਭੇਦ ਨਹੀਂ ਜਾਣਿਆ ਗਿਆ। ਬਹੁਤ ਦਿਵਸ ਕੇ ਦੇਖਤ ਰਹੇ। ਬਹੁਤ ਦਿਨਾਂ ਤੇ ਪਾਤਸ਼ਾਹ ਅਸੀਂ ਸਾਰੇ ਮਿਲ ਕੇ ਉਹਨੂੰ ਦੇਖ ਰਹੇ ਹਾਂ, ਕਈ ਦਿਨ ਤੋਂ ਉਹਨੂੰ ਦੇਖਦੇ ਆ ਰਹੇ ਹਾਂ। ਆਜ ਬੂਝਬੋ ਤੁਮ ਸੋ ਚਾਹੇ। ਹੁਣ ਸਾਡੇ ਕੋਲੋਂ ਉਹਦਾ ਭੇਦ ਨਹੀਂ ਜਾਣਿਆ ਗਿਆ, ਸਾਡੇ ਮਤ ਨਹੀਂ ਜਾਣ ਸਕੀ, ਤੇ ਸਤਿਗੁਰੂ ਪਾਤਸ਼ਾਹ ਜੀ ਇਸ ਭੇਦ ਨੂੰ ਜਾਣਨ ਦੇ ਲਈ ਅਸੀਂ ਸਾਰੇ ਚੱਲ ਕੇ ਤੁਹਾਡੇ ਕੋਲ ਆਏ ਹਾਂ। ਕੋ ਹੈ ਇਹੋ ਕੈ ਪੁਰ ਘਰ ਬਸੇ। ਪਾਤਸ਼ਾਹ ਇਹ ਕੌਣ ਹੈ, ਕਿੱਥੋਂ ਦੀ ਰਹਿਣ ਵਾਲੀ ਹੈ, ਕਿੱਥੇ ਇਹਦਾ ਘਰ ਹੈ, ਕਿੱਥੇ ਵਸਦੀ ਹੈ। ਕਿਮ ਪਹੁੰਚੇ ਅਰ ਕਿਮ ਨੈ ਦਿਸੇ। ਪਾਤਸ਼ਾਹ ਕਿਵੇਂ ਪਹੁੰਚ ਜਾਂਦੀ ਹੈ, ਅਲੋਪ ਹੁੰਦੀ ਹੈ, ਫਿਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ, ਤੇ ਕਿਵੇਂ ਆਪਣੇ ਘਰ ਪਹੁੰਚਦੀ ਹੈ। ਕਰੁਣਾ ਕਰੋ ਬਿਰਤੰਤ ਬਤਾਵੋ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਸਾਰਾ ਜਿਹੜਾ ਬ੍ਰਿਤਾਂਤ ਹੈ, ਉਹ ਆਪ ਜੀ ਇਹ ਸਾਰਾ ਪ੍ਰਸੰਗ ਦੱਸਣਾ ਕਰੋ। ਸਭ ਸਿੱਖਨ ਮਨ ਭਰਮ ਮਿਟਾਵੋ। ਪਾਤਸ਼ਾਹ ਸਾਰੇ ਸਿੱਖਾਂ ਦੇ ਮਨ ਅੰਦਰ ਵੱਡਾ ਭਰਮ ਬਣਿਆ ਹੈ, ਤੇ ਕਿਰਪਾ ਕਰਕੇ ਭਰਮ ਨਿਵਰਤ ਕਰ ਦਿਓ। ਸੁਨ ਸ਼੍ਰੀ ਅਮਰਦਾਸ ਤਿਨ ਸੰਗ। ਤੇ ਜਦੋਂ ਸਮੂਹ ਸਿੱਖ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਦੇ ਨਾਲ ਪੁੱਛਣਾ ਕੀਤਾ, ਬੇਨਤੀ ਕੀਤੀ, ਸਿੱਖ ਸੰਗਤਾਂ ਦੀ ਬੇਨਤੀ ਸੁਣ ਕੇ ਸਤਿਗੁਰੂ ਪਾਤਸ਼ਾਹ ਜੀ ਬੋਲੇ, ਕਰਿਓ ਸੁਨਾਵਨ ਸਰਬ ਪ੍ਰਸੰਗ। ਇਹ ਸਾਰਾ ਪ੍ਰਸੰਗ ਸੁਣਾਉਣ ਦੇ ਵਾਸਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦੱਸਣਾ ਕੀਤਾ। ਕਾਬਲ ਮੈਂ ਇੱਕ ਸਿੱਖ ਹੈ ਮੇਰੋ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਗੁਰਸਿੱਖਾਂ ਨੇ ਇਸ ਮਾਈ ਦੇ ਬਾਬਤ ਪੁੱਛਿਆ, ਤੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਦੱਸਣ ਲੱਗੇ ਕਿ ਭਾਈ ਕਾਬਲ ਦੇ ਵਿੱਚ ਇੱਕ ਸਾਡਾ ਪਿਆਰ ਵਾਲਾ ਸਿੱਖ ਵਸਦਾ ਹੈ। ਤਿਸ ਕੀ ਇਹੋ ਤ੍ਰਿਆ ਪ੍ਰੇਮ ਕਨੇਰੋ। ਇਹ ਉਹ ਸਿੱਖ ਦੀ ਘਰ ਵਾਲੀ ਹੈ ਜਿਹੜੀ ਪਤੀ ਬ੍ਰਤ ਧਰਮ ਨੂੰ ਪਾਲਦੀ ਹੈ, ਆਪਣੇ ਪਤੀ ਨਾਲ ਵੱਡਾ ਪ੍ਰੇਮ ਕਰਦੀ ਹੈ। ਪਤੀ ਬ੍ਰਤਾ ਵੱਡ ਭਾਗਨ ਭਲੀ। ਇਹ ਵੱਡਿਆਂ ਭਾਗਾਂ ਵਾਲੇ
ਪਤੀਵ੍ਰਤ ਔਰਤ ਹੈ, ਪ੍ਰਤੀਵ੍ਰਤ ਧਰਮ ਦੇ ਵਿੱਚ ਪ੍ਰਪੱਕ ਹੈ, ਗੁਰ ਸੇਵਾ ਕੇ ਤਤ ਪਰ ਢੁਲੀ ਤੇ ਗੁਰੂ ਦੀ ਸੇਵਾ ਕਰਨ ਦੇ ਲਈ ਇਹਦੇ ਮਨ ਅੰਦਰ ਚਾਉ ਹੈ, ਗੁਰਸੇਵਾ ਕਰਨ ਦੇ ਵੇਲੇ ਲਈ ਹਰ ਵੇਲੇ ਤਤਪਰ ਰਹਿੰਦੀ ਹੈ। ਪਤ ਕੋ ਪਰਮੇਸ਼ਵਰ ਕਰ ਜਾਣੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ, ਆਪਣੇ ਪਤੀ ਦੀ ਆਗਿਆ ਵਿੱਚ ਰਹਿੰਦੀ ਹੈ ਤੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੀ ਹੈ। ਆਇਸ ਤਿਸ ਕੀ ਸਿਰ ਪਰ ਠਾਨੇ ਜੋ ਵੀ ਇਹਦਾ ਪਤੀ ਇਹਨੂੰ ਆਗਿਆ ਕਰਦਾ ਹੈ ਉਹ ਆਗਿਆ ਨੂੰ ਸੱਤ ਕਰਕੇ ਮੰਨਦੀ ਆ, ਅੱਗੋਂ ਜਵਾਬ ਨਹੀਂ ਦਿੰਦੀ ਮੋੜਵਾ ਜਵਾਬ ਕਿ ਮੇਰੇ ਕੋਲੋਂ ਆਹ ਨਹੀਂ ਹੁੰਦਾ, ਮੈਂ ਨਹੀਂ ਕਰ ਸਕਦੀ। ਕਿਤੇ ਪਤੀ ਕੋਲੋਂ ਕੋਈ ਚੀਜ਼ ਨਾ ਲੈ ਕੇ ਦਿੱਤੀ ਜਾਵੇ, ਨਾ ਮੰਗ ਪੂਰੀ ਹੋਵੇ ਤੇ ਕਹਿੰਦੀ ਮੈਂ ਚੱਲੀ ਆਂ ਪੇਕੇ, ਖਾ ਫਿਰ ਪਕਾ ਕੇ। ਅੱਜ ਦੇ ਹਾਲਾਤ ਇਹੀ ਨੇ ਨਾ, ਵੇਖ ਰਹੇ ਆ ਘਰ ਕਿਉਂ ਨਹੀਂ ਵਸ ਰਹੇ। ਇੱਥੋਂ ਸਾਨੂੰ ਸਿੱਖਿਆ ਮਿਲਦੀ ਹੈ, ਸਤਿਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਪਤੀਵ੍ਰਤ ਔਰਤ ਦਾ ਧਰਮ ਕੀ ਹੈ, ਤੇ ਜਿਹੜੀ ਪਤੀਵ੍ਰਤ ਔਰਤ ਤਾਂ ਆਪਣੇ ਧਰਮ ਵਿੱਚ ਪਰਪੱਕ ਹੈ ਤੇ ਫਿਰ ਉਹਦੇ ਵਿੱਚ ਕਿਵੇਂ ਸ਼ਕਤੀਆਂ ਆਉਂਦੀਆਂ ਨੇ, ਕਿਵੇਂ ਉਹਦੇ ਤੇ ਰਹਿਮਤ ਵਰਤਦੀ ਹੈ। ਹੁਣ ਉਹ ਆਪਣੇ ਪਤੀ, ਉਹਦਾ ਜੋ ਵੀ ਪਤੀ ਆਗਿਆ ਕਰਦਾ ਹੈ ਉਹ ਆਪਣੇ ਪਤੀ ਦੀ ਆਗਿਆ ਨੂੰ ਸੱਤ ਕਰਕੇ ਮੰਨਦੀ ਹੈ, ਆਪਣੇ ਪਤੀ ਦੀ ਆਗਿਆਕਾਰੀ ਹੋ ਕੇ ਰਹਿੰਦੀ ਹੈ। ਨੈ ਪਰ ਪੁਰਸ਼ ਫੁਰੇ ਮਨ ਮਾਈ ਤੇ ਪਰਾਏ ਪੁਰਸ਼ ਦਾ ਕਦੀ ਵੀ ਆਪਣੇ ਮਨ ਵਿੱਚ ਖਿਆਲ ਨਹੀਂ ਲਿਆਉਂਦੀ, ਪਰਾਏ ਪੁਰਸ਼ ਬਾਰੇ ਕਦੀ ਵੀ ਉਹ ਆਪਣੇ ਮਨ ਵਿੱਚ ਨਹੀਂ ਸੋਚਦੀ। ਸਦਾ ਪ੍ਰੇਮ ਨਿਜ ਪਤ ਕੇ ਮਾਈ ਉਹ ਸਦਾ ਹੀ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੀ ਹੈ, ਉਹਦਾ ਆਪਣੇ ਪਤੀ ਦੇ ਨਾਲ ਪ੍ਰੇਮ ਹੈ। ਰਿਦ ਮੈਂ ਧਿਆਨ ਗੁਰੂ ਕੋ ਧਾਰਿਤ ਤੇ ਹਿਰਦੇ ਵਿੱਚ ਗੁਰੂ ਦਾ ਧਿਆਨ ਧਾਰਦੀ ਹੈ, ਆਪਣੇ ਪਤੀ ਨਾਲ ਪ੍ਰੇਮ ਕਰਦੀ ਹੋਏ ਹਿਰਦੇ ਦੇ ਵਿੱਚ ਗੁਰੂ ਦਾ ਧਿਆਨ ਧਰਦੀ ਹੈ। ਬਾਹਰ ਕਿਸ ਕੋ ਨਾਹੀਂ ਉਚਾਰਿਤ ਤੇ ਬਾਹਰ ਵਿਚਰਦਿਆਂ ਹੋਇਆਂ ਉਹ ਕਿਸੇ ਨੂੰ ਵੀ ਨਹੀਂ ਬੁਲਾਉਂਦੀ, ਕਿਸੇ ਨਾਲ ਕੋਈ ਫਾਲਤੂ ਦੁਨਿਆਵੀ ਗੱਲ ਕਰਦੀ ਹੋਈ ਨਹੀਂ, ਆਪਣੇ ਪਤੀ ਨਾਲ ਪ੍ਰੇਮ ਕਰਦੀ ਹੈ, ਉਹਦੀ ਆਗਿਆਕਾਰੀ ਹੋ ਕੇ ਰਹਿੰਦੀ ਹੈ ਤੇ ਧਿਆਨ ਗੁਰੂ ਦਾ ਹਿਰਦੇ ਵਿੱਚ ਧਾਰਨ ਕਰਦੀ ਹੈ। ਇਸ ਤਰ੍ਹਾਂ ਦੇ ਨਾਲ ਬਾਹਰ ਵਿਚਰਦਿਆਂ ਉਹ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ। ਤੈਂ ਸਿੱਖ ਨੇ ਗੁਰ ਸੇਵ ਬਤਾਈ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨੇ ਸੇਵਾ ਦੇ ਬਾਬਤ ਦੱਸਣਾ ਕੀਤਾ। ਪਤ ਸੇਵਤ ਇਨ ਸ਼ਕਤੀ ਪਾਈ ਕਹਿਣ ਲੱਗੇ ਜਿਹੜੇ ਇਹਦੇ ਘਰ ਵਾਲੇ ਦੇ ਪਤੀ ਨੇ ਗੁਰੂ ਦੀ ਸੇਵਾ ਦੇ ਬਾਬਤ ਇਹਨੂੰ ਦੱਸਿਆ, ਉਹ ਸੇਵਾ ਕਮਾ ਕਰਕੇ ਆਪਣੇ ਪਤੀ ਦੀ ਸੇਵਾ ਕਰਦਿਆਂ ਸਤਿਗੁਰੂ ਪਾਤਸ਼ਾਹ ਹੁਣ ਦੱਸ ਰਹੇ ਨੇ ਇਸ ਮਾਈ ਦੇ ਬਾਬਤ ਕਿ ਸ਼ਕਤੀ ਇਹਦੇ ਕੋਲੋਂ ਕਿੱਥੋਂ ਆਈ। ਸਿੱਖਾਂ ਨੇ ਪੁੱਛਿਆ ਕਿਵੇਂ ਅਲੋਪ ਹੋ ਜਾਂਦੀ ਹੈ, ਫਿਰ ਪ੍ਰਗਟ ਹੋ ਜਾਂਦੀ ਹੈ, ਹੱਥ ਨੂੰ ਅੱਗੇ ਵਧਾਉਂਦੀ ਹੈ, ਪਸਾਰਦੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੀ ਸ਼ਕਤੀ ਨੂੰ ਕਿੱਥੋਂ ਪ੍ਰਾਪਤ ਹੋਈ ਹੈ, ਆਪਣੀ ਪਤੀ ਦੀ ਸੇਵਾ ਕਰਕੇ, ਆਪਣੇ ਪਤੀ ਦੀ ਸੇਵਾ ਕਰਕੇ, ਪਤੀ ਦੀ ਆਗਿਆਕਾਰੀ ਹੋ ਕੇ ਪਤੀ ਦੀ ਸੇਵਾ ਕਰਦਿਆਂ ਇਹ ਸਾਰੀ ਸ਼ਕਤੀ ਇਹਨੂੰ ਪ੍ਰਾਪਤ ਹੋਈ ਹੈ। ਨਿਜ ਇੱਛਾ ਗਾਮਨ ਪੀ ਐਸੇ ਤੇ ਇਸ ਪ੍ਰਕਾਰ ਦੇ ਨਾਲ ਇਹ ਹੁਣ ਜਿਵੇਂ ਵੀ ਚਾਹੁੰਦੀ ਹੈ, ਜਿੱਥੇ ਵੀ ਜਾਣਾ ਚਾਹੁੰਦੀ ਹੈ, ਆਪਣੀ ਇੱਛਾ ਦੇ ਅਨੁਸਾਰ ਸਿੱਧਾ ਯੁਤ ਹੋਵਤ ਸਿੱਧ ਜੈਸੇ ਇਹਦੇ ਕੋਲ ਸ਼ਕਤੀ ਕਿਵੇਂ ਹੈ, ਜਿਵੇਂ ਸਿੱਧ ਪੁਰਸ਼ ਜਿਹੜੇ ਨੇ ਉਹ ਬੜੀ ਕਠਨ ਘਾਲਣਾ ਘਾਲ ਕੇ ਯੋਗ ਸਾਧਨਾ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਨੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਮੇਂ ਵੀ ਆਪਾਂ ਜਾਣਦੇ ਇਤਿਹਾਸ ਸੁਣਦੇ ਹਾਂ ਕਿ ਸਿੱਧ ਜਿਹੜੇ ਸਨ ਉਹ ਕੋਈ ਪਰਬਤਾਂ ਵਿੱਚ ਛੁਪ ਗਿਆ, ਕੋਈ ਅਸਮਾਨ ਵਿੱਚ ਜਾ ਕੇ ਛੁਪ ਗਿਆ, ਕੋਈ ਅਸਮਾਨ ਵਿੱਚ ਉੱਡਣ ਲੱਗ ਪਿਆ। ਇਹ ਸ਼ਕਤੀਆਂ ਉਹਨਾਂ ਨੇ ਧਾਰਨ ਕੀਤੀਆਂ ਹੋਈਆਂ ਸਨ। ਪਾਤਸ਼ਾਹ ਕਹਿਣ ਲੱਗੇ ਜਿਹੜੇ ਸਿੱਧ ਨੇ, ਜਿਵੇਂ ਸਿੱਧ ਇਹ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ, ਸ਼ਕਤੀਆਂ ਪ੍ਰਾਪਤ ਕਰ ਲੈਂਦੇ ਨੇ, ਉਹਨਾਂ ਦੇ ਸਿੱਧਾਂ ਦੀ ਨਿਆਈ ਇਹਨੇ ਸ਼ਕਤੀ ਪ੍ਰਾਪਤ ਕੀਤੀ ਹੈ, ਧਾਰਨ ਕੀਤੀ ਹੈ ਪਤੀ ਦੀ ਸੇਵਾ ਕਰਕੇ। ਆਏ ਪ੍ਰਾਤ ਕੋ ਸੇਵ ਕਮਾਵੇ ਤੇ ਜਦੋਂ ਸਵੇਰ ਹੁੰਦੀ ਹੈ ਆ ਕੇ ਸੇਵਾ ਕਰਦੀ ਹੈ, ਗੁਰੂ ਕੀ ਸੇਵਾ ਦੇ ਵਿੱਚ ਜੁੜਦੀ ਹੈ। ਹੋਤ ਸੰਜ ਕਾਬਲ ਘਰ ਜਾਵੇ ਤੇ ਜਦੋਂ ਸਾਂਝ ਸ਼ਾਮ ਦਾ ਸਮਾਂ ਹੁੰਦਾ ਹੈ, ਰਾਤਰੀ ਹੋਣ ਲੱਗਦੀ ਹੈ, ਤੇ ਫਿਰ ਇਹ ਕਾਬਲ ਆਪਣੇ ਘਰ ਵਿੱਚ ਪਹੁੰਚ ਜਾਂਦੀ ਹੈ। ਸੁਤ ਕੋ ਪਲਨਾ ਪਰ ਪੋਡਾਵੇ ਉਹ ਜਿਹੜਾ ਗੁਰਸਿੱਖਾਂ ਨੇ ਪੁੱਛਣਾ ਕੀਤਾ ਕਿ ਸਤਿਗੁਰੂ ਪਾਤਸ਼ਾਹ ਇਹ ਅੱਗੇ ਨੂੰ ਹੱਥ ਕਿਉਂ ਪਸਾਰਦੀ ਹੈ, ਫਿਰ ਪਿੱਛੇ ਖਿੱਚ ਲੈਂਦੀ ਹੈ। ਤੇ ਹੁਣ ਗੁਰੂ ਪਾਤਸ਼ਾਹ ਉਹਦੇ ਬਾਬਤ ਦੱਸਣ ਲੱਗੇ ਕਿ ਜਦੋਂ ਸਵੇਰ ਵੇਲੇ ਘਰ ਤੋਂ ਚੱਲਦੀ ਹੈ ਕਾਬਲ ਤੋਂ, ਇਹਦਾ ਇੱਕ ਛੋਟਾ ਪੁੱਤਰ ਹੈ, ਛੋਟੀ ਉਮਰ ਹੈ ਜਿਹਦੀ, ਉਹਨੂੰ ਝੂਲੇ ਦੇ ਵਿੱਚ ਪਾ ਕੇ ਆਉਂਦੀ, ਲਟਾ ਕੇ ਆਉਂਦੀ ਹੈ।
ਨਿਜ ਸ਼ਕਤੀ ਕਰ ਤਿਸੇ ਚੁਲਾਵੇ। ਤੇ ਜਿਹੜੀ ਉਹ ਸ਼ਕਤੀ ਇਹਨੇ ਪ੍ਰਾਪਤ ਕੀਤੀ ਹੋਈ ਹੈ ਸੇਵਾ ਕਰਕੇ, ਜਿਹੜੀ ਸ਼ਕਤੀ ਧਾਰਨ ਕੀਤੀ ਹੈ, ਨਿਜ ਸ਼ਕਤੀ ਦੇ ਨਾਲ ਉਹਨੂੰ ਹੱਥ ਅੱਗੇ ਵਧਾ ਕੇ ਪਸਾਰਦੀ ਹੋਈ ਝੂਲਾ ਦਿੰਦੀ ਹੈ, ਉਹ ਝੂਲੇ ਨੂੰ ਚਲਾਉਂਦੀ ਹੈ। ਕਾਬਲ ਤੇ ਜਬ ਚਲਬੇ ਲਾਗੇ। ਕਾਬਲ ਤੋਂ ਜਦੋਂ ਸਵੇਰ ਵੇਲੇ ਘਰ ਤੋਂ ਇਹ ਚੱਲਣ ਲੱਗਦੀ ਹੈ। ਪਲਨੇ ਪਰ ਨਿਜ ਸੁਤ ਕੋ ਤਿਆਗੇ। ਤੇ ਜਿਹੜਾ ਪਲਣਾ ਭਾਵ ਉਹ ਝੂਲਣਾ, ਝੂਟਾ ਝੂਲਣਾ ਹੈ, ਉਹਦੇ ਵਿੱਚ ਆਪਣੇ ਪੁੱਤਰ ਨੂੰ ਪਾ ਕੇ ਆਉਂਦੀ ਹੈ। ਬਾਪੀ ਕਾਰ ਕਰੇ ਤਿਸ ਜਾਣੇ। ਤੇ ਫਿਰ ਆ ਕੇ ਇੱਥੇ ਬੌਲੇ ਸਾਹਿਬ ਦੇ ਕਾਰ ਸੇਵਾ ਦੇ ਵਿੱਚ ਲੱਗ ਜਾਂਦੀ ਹੈ, ਪ੍ਰੇਮ ਨਾਲ ਸੇਵਾ ਕਰਦੀ ਹੈ। ਹਾਥ ਪਸਾਰ ਝੁਲਾਵਨ ਠਾਨੇ। ਤੇ ਜਦੋਂ ਵੇਖਦੀ ਹੈ ਇਹਦਾ ਪੁੱਤਰ ਉਧਰ ਝੂਲੇ ਵਿੱਚ ਹਿੱਲਦਾ ਹੈ, ਜਾਗਣ ਲੱਗਦਾ ਹੈ, ਤੇ ਫਿਰ ਉਹ ਹੱਥ ਪਸਾਰ ਕੇ ਉਹਨੂੰ ਝੂਲਾ ਦੇ ਦਿੰਦੀ ਹੈ, ਉਹ ਝੁਟਾ ਦਿੰਦੀ ਹੈ, ਝੂਟਾ ਦਿੰਦੀ ਹੈ ਉਹਨੂੰ, ਝੂਲੇ ਨੂੰ ਹੱਥ ਇਸ ਤਰ੍ਹਾਂ ਪਸਾਰ ਕੇ ਉਹ ਝੂਲਾ ਚਲਾਉਂਦੀ ਹੈ। ਕਰਤੀ ਕਾਰ ਪਸਾਰੇ ਕਰ ਕੋ। ਹੁਣ ਕਾਰ ਸੇਵਾ ਕਰਦਿਆਂ ਇਸ ਤਰ੍ਹਾਂ ਦੇ ਨਾਲ ਆਪਣਾ ਹੱਥ ਪਸਾਰ ਕੇ ਉਧਰ ਆਪਣੇ ਪੁੱਤਰ ਦਾ ਵੀ ਖਿਆਲ ਰੱਖਦੀ ਹੈ ਕਿ ਉਹ ਉੱਠ ਨਾ ਪਵੇ, ਜਾਗ ਨਾ ਪਵੇ, ਇਸ ਕਰਕੇ ਉਹਦਾ ਵੀ ਧਿਆਨ ਰੱਖਦੀ ਹੈ। ਇਧਰ ਗੁਰੂ ਕੀ ਸੇਵਾ ਵਿੱਚ ਲੱਗੀ ਹੋਈ ਹੈ, ਪ੍ਰੇਮ ਨਾਲ ਸੇਵਾ ਕਰਦੀ ਹੈ। ਸੇਵਾ ਕਰਦਿਆਂ ਕਰਦਿਆਂ ਇੱਕ ਹੱਥ ਦੇ ਨਾਲ ਪੁੱਤਰ ਨੂੰ ਝੂਲਾ ਵੀ ਚਲਾਉਂਦੀ ਹੈ। ਸ਼ਕਤ ਸਮੇਤ ਝੁਲਾਵਨ ਕਰ ਕੋ। ਹੁਣ ਸ਼ਕਤੀ ਦੇ ਸਮੇਤ ਆਪਣੇ ਹੱਥ ਦੇ ਨਾਲ ਉਹ ਝੂਲਾ ਚਲਾਉਂਦੀ ਹੈ। ਇਸ ਥਲ ਤੇ ਨਿਜ ਪੁੱਤਰ ਲਡਾਵੇ। ਇਸ ਥਾਂ ਤੇ ਗੋਇੰਦਵਾਲ ਸਾਹਿਬ ਰਹਿੰਦਿਆਂ ਵੀ, ਗੁਰੂ ਕੀ ਸੇਵਾ ਕਰਦਿਆਂ ਵੀ ਆਪਣੇ ਪੁੱਤਰ ਨੂੰ ਲਾਡ ਲੜਾਉਂਦੀ ਹੈ। ਪੁੱਤਰ ਕਿੱਥੇ ਹੈ? ਕਾਬਲ ਦੀ ਧਰਤੀ ਤੇ। ਕਾਬਲ ਕਿੰਨਾ ਉੱਥੋਂ? ਗੋਇੰਦਵਾਲ ਸਾਹਿਬ ਤੋਂ। ਪਾਤਸ਼ਾਹ ਕਹਿਣ ਲੱਗੇ ਸੇਵਾ ਕਰਦੀ ਹੈ ਗੋਇੰਦਵਾਲ ਸਾਹਿਬ, ਤੇ ਗੋਇੰਦਵਾਲ ਸਾਹਿਬ ਇਸ ਥਾਂ ਤੇ ਸੇਵਾ ਕਰਦਿਆਂ ਹੋਇਆਂ ਵੀ ਨਾਲ ਨਾਲ ਆਪਣੇ ਪੁੱਤਰ ਨੂੰ ਵੀ ਲਾਡ ਲਡਾਉਂਦੀ ਹੈ। ਸਹਿਤ ਪ੍ਰੇਮ ਕੇ ਕਾਰ ਕਮਾਵੇ। ਔਰ ਪ੍ਰੇਮ ਦੇ ਨਾਲ ਗੁਰੂ ਕੀ ਸੇਵਾ ਕਰਦੀ ਹੈ। ਨਿਸਮੈ ਕਰ ਕੋ ਜਾਏ ਸੰਭਾਰੇ। ਤੇ ਰਾਤ ਹੁੰਦੀ ਹੈ, ਰਾਤਰੀ ਦਾ ਸਮਾਂ ਜਾਣ ਕੇ ਫਿਰ ਕਾਬਲ ਆਪਣੇ ਘਰ ਜਾ ਪਹੁੰਚਦੀ ਹੈ, ਆਪਣੇ ਘਰ ਦੀ ਸੰਭਾਲ ਕਰਦੀ ਹੈ। ਸੁਤ ਪਤ ਸੋ ਮਿਲ ਆਨੰਦ ਧਾਰੇ। ਆਪਣੇ ਪੁੱਤਰ ਨੂੰ, ਆਪਣੇ ਪਤੀ ਨੂੰ ਮਿਲ ਕੇ ਫਿਰ ਆਨੰਦ ਧਾਰਨ ਕਰਦੀ ਹੈ, ਬੜੀ ਖੁਸ਼ੀ ਮਹਿਸੂਸ ਕਰਦੀ ਹੈ। ਪਤ ਬ੍ਰਤ ਸਮ ਨੈ ਧਰਮ ਔਰ ਤ੍ਰਿਆ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਔਰਤ ਦੇ ਵਾਸਤੇ ਪਤੀ ਬ੍ਰਤਾ ਦੇ ਬਰਾਬਰ ਦੂਜਾ ਹੋਰ ਕੋਈ ਧਰਮ ਨਹੀਂ ਦੁਨੀਆ ਵਿੱਚ। ਔਰਤ ਦੇ ਵਾਸਤੇ ਉਹਦਾ ਧਰਮ ਕੀ ਹੈ? ਉਹ ਪਤੀ ਬ੍ਰਤ ਹੋ ਕੇ ਆਪਣਾ ਜੀਵਨ ਬਤੀਤ ਕਰੇ, ਕੇਵਲ ਤੇ ਕੇਵਲ ਆਪਣੇ ਪਤੀ ਨਾਲ ਪ੍ਰੇਮ ਕਰੇ, ਉਹਦੀ ਆਗਿਆਕਾਰੀ ਹੋ ਕੇ ਵਿਚਰੇ। ਇਸ ਤਰ੍ਹਾਂ ਦੇ ਨਾਲ ਔਰਤ ਦੇ ਲਈ ਸਭ ਤੋਂ ਸਰਬੋਤਮ ਧਰਮ ਉਹਦਾ ਪ੍ਰਤੀਬ੍ਰਤ ਧਰਮ ਹੈ, ਇਹਦੇ ਬਰਾਬਰ ਹੋਰ ਕੋਈ ਨਹੀਂ। ਜਿਸ ਤੇ ਮਹਾ ਸ਼ਕਤ ਧਾਰਤ ਹੀਏ। ਕਹਿਣ ਲੱਗੇ ਜਿਹੜੀ ਐਸੀ ਔਰਤ ਆਪਣੇ ਧਰਮ ਨੂੰ ਪਾਲਦੀ ਹੈ, ਪ੍ਰਤੀਬ੍ਰਤਾ ਧਰਮ ਵਿੱਚ ਪ੍ਰਪੱਕ ਹੈ, ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਹ ਇਹ ਸ਼ਕਤੀਆਂ ਨੂੰ ਪ੍ਰਾਪਤ ਕਰਦੀ ਹੈ, ਉਹ ਇਹ ਸ਼ਕਤੀਆਂ ਨੂੰ ਧਾਰਨ ਕਰ ਲੈਂਦੀ ਹੈ। ਪਤ ਬ੍ਰਤਾ ਪੂਰਬ ਪੀਦਾਰਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪਹਿਲੇ ਸਮੇਂ ਦੇ ਵਿੱਚ ਵੀ ਇੱਕ ਔਰਤ ਹੋਈ ਹੈ ਪ੍ਰਤੀਬ੍ਰਤਾ ਧਰਮ ਵਿੱਚ ਜਿਹੜੀ ਪ੍ਰਪੱਕ ਸੀ। ਜਿਨ ਕੀ ਨਸ 10 ਦਿਨ ਅੰਧਿਆਰਾ। ਜਿਨਨੇ 10 ਦਿਨ ਤੱਕ ਸੂਰਜ ਨਹੀਂ ਸੀ ਚੜਨ ਦਿੱਤਾ। ਇੱਕ ਪਤੀਬ੍ਰਤ ਔਰਤ ਜਿਹੜੀ ਹੈ ਕਿੰਨੀ ਸ਼ਕਤੀ ਧਾਰਨ ਕਰ ਲੈਂਦੀ ਹੈ ਪਤੀ ਦੀ ਸੇਵਾ ਕਰਕੇ। ਪਾਤਸ਼ਾਹ ਕਹਿੰਦੇ ਪਹਿਲੇ ਸਮੇਂ ਵਿੱਚ ਵੀ ਇੱਕ ਔਰਤ ਹੋਈ ਹੈ ਪ੍ਰਤੀਬ੍ਰਤਾ ਔਰਤ ਜਿਹਦਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ। ਕਹਿਣ ਲੱਗੇ ਕਿ ਉਹਨੇ 10 ਦਿਨ ਤੱਕ ਸੂਰਜ ਨਹੀਂ ਸੀ ਚੜਨ ਦਿੱਤਾ, 10 ਦਿਨ ਤੱਕ ਚਾਰੇ ਪਾਸੇ ਹਨੇਰਾ ਛਾਇਆ ਰਿਹਾ। ਸੂਰਜ ਉਦੇ ਹੋਣ ਨੇ ਦਿਓ। 10 ਦਿਨ ਇਸਨੇ ਸੂਰਜ ਚੜਨ ਨਹੀਂ ਦਿੱਤਾ, ਉਦੇ ਨਹੀਂ ਹੋਣ ਦਿੱਤਾ। ਸ਼ਕਤ ਮਹਾਬਲ ਏਤਕ ਥਿਓ। ਇਹਨੇ ਜਿਹੜੇ ਭਾਰੀ ਸ਼ਕਤੀ ਜਿਹੜੀ ਉਹਨੇ ਪ੍ਰਾਪਤ ਕੀਤੀ ਪਤੀਬ੍ਰਤ ਧਰਮ ਦੇ ਵਿੱਚ ਰਹਿ ਕੇ। ਸੁਨ ਸੰਗਤ ਨੇ ਬੂਜੀ ਕਥਾ। ਤੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੱਸਣਾ ਕੀਤਾ ਤੇ ਸਾਰੀ ਸਿੱਖ ਸੰਗਤ ਮਿਲ ਕੇ ਹੁਣ ਉਸ ਪਤੀਬ੍ਰਤ ਔਰਤ ਜਿਹਦਾ ਜ਼ਿਕਰ ਕੀਤਾ ਗੁਰੂ ਸਾਹਿਬ ਜੀ ਨੇ ਉਹਦੇ ਬਾਬਤ ਉਹ ਕਥਾ ਜਾਣਨ ਵਾਸਤੇ ਬੇਨਤੀ ਕੀਤੀ। ਸ਼੍ਰੀ ਗੁਰ ਪਨਿਓ ਪ੍ਰਥਮ ਭਈ ਜਥਾ। ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਜਦੋਂ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਸਿੱਖ ਸੰਗਤਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਜੀ ਉਹ ਪ੍ਰਸੰਗ ਦੱਸਣ ਲੱਗੇ ਜਿਵੇਂ ਪਹਿਲਾਂ ਹੋਇਆ। ਸੁਨ ਸ਼੍ਰੀ ਅਮਰਦਾਸ ਤਬ ਕਹਿਓ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ
ਨੇ ਜਿਹੜਾ ਸੀ ਇਹਦਾ ਪਤੀ ਜੀਵਤ ਕੀਤਾ ਤੇ ਸੂਰਜ ਜਿਹੜਾ ਸੀ ਉਹਦੇ ਹੋਇਆ। ਹੁਣ ਕਹਿਣ ਲੱਗੇ ਕਿ ਇੱਕ ਮਾਂਡਵ ਜਿਹੜਾ ਰਿਸ਼ੀ ਹੋਇਆ, ਜਿਹੜਾ ਬਹੁਤ ਭਾਰੀ ਜਿਹਨੇ ਤਪ ਕੀਤਾ। ਤਸਕਰ ਨ੍ਰਿਪ ਕੀ ਕਰੀ ਸਤੇਈ। ਇੱਕ ਦਿਨ ਕੀ ਹੋਇਆ, ਕੁਝ ਚੋਰ ਮਿਲ ਕੇ ਚੋਰੀ ਕਰਨ ਵਾਸਤੇ ਰਾਜੇ ਦੇ ਮਹਿਲਾਂ ਵਿੱਚ ਗਏ। ਰਾਜੇ ਦੇ ਮਹਿਲਾਂ ਦੇ ਵਿੱਚੋਂ ਚੋਰਾਂ ਨੇ ਮਿਲ ਕੇ ਚੋਰੀ ਕੀਤੀ। ਚਲੇ ਜਾਤ ਰਿਖੀ ਦੇਖੇ ਤੇਈ। ਤੇ ਜਦੋਂ ਰਾਜੇ ਦੇ ਮਹਿਲਾਂ ਵਿੱਚੋਂ ਚੋਰੀ ਕਰਕੇ ਉਹ ਚੋਰ ਜਦੋਂ ਵਾਪਸ ਜਾ ਰਹੇ ਸੀ ਤਾਂ ਉਹਨਾਂ ਰਸਤੇ ਦੇ ਵਿੱਚ ਇਸ ਮਾਂਡਵ ਜਿਹੜਾ ਰਿਸ਼ੀ ਜਿਹੜਾ ਤਪ ਕਰ ਰਿਹਾ ਸੀ, ਇਸ ਰਿਸ਼ੀ ਨੂੰ ਵੇਖਣਾ ਕੀਤਾ। ਏਕ ਹਾਰ ਬੋ ਮੋਲ ਹੋਤੋ ਜੇ। ਇੱਕ ਬਹੁਤ ਕੀਮਤੀ ਹਾਰ ਸੀ ਇਹਨਾਂ ਦੇ ਕੋਲ, ਕਿਉਂਕਿ ਰਾਜੇ ਦੇ ਮਹਿਲਾਂ ਵਿੱਚੋਂ ਚੋਰੀ ਕੀਤੀ। ਰਾਜੇ ਦੀਆਂ ਬੇਗਮਾਂ ਰਾਣੀਆਂ ਦੇ ਬਹੁਤ ਕੀਮਤੀ ਹਾਰ ਸਨ। ਹੁਣ ਇਹਨਾਂ ਦੇ ਕੋਲ ਇੱਕ ਬਹੁਤ ਕੀਮਤੀ ਹਾਰ ਸੀ। ਰਿਖੀ ਕੋ ਜਾਨ ਅਰਪ ਦੀਨਸ ਤੈ। ਤੇ ਹੁਣ ਇਹਨਾਂ ਨੇ ਵੇਖਿਆ ਕਿ ਕੋਈ ਰਿਸ਼ੀ ਹੈ ਇੱਥੇ ਬੈਠਾ ਤਪ ਕਰ ਰਿਹਾ ਹੈ, ਚਲੋ ਅਸੀਂ ਵੀ ਰਾਜੇ ਦੇ ਮਹਿਲਾਂ ਚੋਂ ਚੋਰੀ ਕਰਕੇ ਲਿਆਏ ਆ, ਕਿਉਂ ਨਾ ਕੀਮਤੀ ਹਾਰ ਰਿਸ਼ੀ ਨੂੰ ਦੇ ਦਈਏ। ਤੇ ਉਹ ਜਿਹੜਾ ਹਾਰ ਸੀ ਉਹਨਾਂ ਨੇ ਰਿਸ਼ੀ ਨੂੰ ਅਰਪਣ ਕਰ ਦਿੱਤਾ। ਤਸਕਰ ਗਏ ਆਪਨੇ ਸਦਨ। ਇਸ ਤਰ੍ਹਾਂ ਦੇ ਨਾਲ ਉਹ ਹਾਰ ਜਿਹੜਾ ਰਿਸ਼ੀ ਨੂੰ ਅਰਪਣ ਕਰਕੇ ਜਿਹੜੇ ਚੋਰ ਸਨ, ਬਾਕੀ ਜਿਹੜਾ ਚੋਰੀ ਦਾ ਮਾਲ ਅਸਬਾਬ ਸੀ, ਉਹ ਲੈ ਕੇ ਆਪੋ ਆਪਣੇ ਘਰਾਂ ਦੇ ਵਿੱਚ ਜਦੋਂ ਪਹੁੰਚ ਗਏ ਚਲੇ ਗਏ। ਬੈਠਿਓ ਮੁਨੀ ਸਮਾਧੈ ਮਗਨ। ਤੇ ਹੁਣ ਇਹ ਜਿਹੜਾ ਮਾਂਡਵ ਮੁਨੀ ਸੀ, ਇਹ ਆਪਣੀ ਸਮਾਧੀ ਵਿੱਚ ਸੀ, ਸਮਾਧੀ ਵਿੱਚ ਜੁੜਿਆ ਹੋਇਆ ਸੀ, ਮਗਨ ਸੀ, ਤਪ ਕਰ ਰਿਹਾ ਸੀ। ਇਹ ਰਿਸ਼ੀ ਦੀ ਸਮਾਧੀ ਲੱਗੀ ਹੋਈ ਸੀ। ਇਤਨੇ ਮੈਂ ਨ੍ਰਿਪ ਕੇ ਪਟ ਆਏ। ਉਧਰ ਰੌਲਾ ਪੈ ਗਿਆ, ਬਾਦਸ਼ਾਹ ਦੇ ਰਾਜੇ ਦੇ ਮਹਿਲਾਂ ਵਿੱਚ ਚੋਰੀ ਹੋ ਗਈ। ਸੁਭਾਵਕ ਗੱਲ ਸੀ, ਰੌਲਾ ਪੈਣਾ ਸੀ। ਰੌਲਾ ਪਿਆ, ਚੋਰਾਂ ਨੂੰ ਪਕੜਨ ਦੇ ਵਾਸਤੇ ਜਦੋਂ ਰਾਜੇ ਦੇ ਸਿਪਾਹੀ ਲੱਭਦੇ ਲਵਾਉਂਦੇ ਚੱਲ ਕੇ ਆਏ। ਦੇਖ ਹਾਰ ਮੁਨੀ ਗਹਿਓ ਉਠਾਏ। ਜਦੋਂ ਚੋਰਾਂ ਦੀ ਭਾਲ ਕਰਦੇ ਆ ਰਹੇ ਸਨ ਤੇ ਜਿੱਥੇ ਮਾਂਡਵ ਮੁਨੀ ਬੈਠਾ ਤਪ ਕਰ ਰਿਹਾ ਸੀ, ਹੁਣ ਮਾਂਡਵ ਦੇ ਕੋਲ ਉਹ ਹਾਰ ਰੱਖ ਕੇ ਚਲੇ ਗਏ। ਮਾਂਡਵ ਆਪਣੀ ਸਮਾਧੀ ਵਿੱਚ ਲੀਨ ਸੀ, ਸਥਿਤ ਸੀ, ਮਗਨ ਸੀ ਆਪਣੀ ਸਮਾਧੀ ਵਿੱਚ। ਉਹ ਹਾਰ ਉੱਥੇ ਪਿਆ ਰਿਹਾ। ਤੇ ਜਦੋਂ ਇਹਨਾਂ ਸਿਪਾਹੀਆਂ ਨੇ ਉਹ ਹਾਰ ਵੇਖਿਆ ਮੁਨੀ ਦੇ ਕੋਲ, ਤੇ ਹਾਰ ਵੇਖ ਕੇ ਇਹਨਾਂ ਨੇ ਮੁਨੀ ਨੂੰ, ਇਸ ਰਿਸ਼ੀ ਨੂੰ ਪਕੜ ਲਿਆ, ਗ੍ਰਿਫਤਾਰ ਕਰ ਲਿਆ। ਕਹਿ ਬੋਰਿਓ ਨਾ ਮਾਨੀ ਕਾਹੂ। ਹੁਣ ਉਹਨੇ ਬੜਾ ਕਿਹਾ, ਪਰ ਇਹਨਾਂ ਨੇ, ਰਾਜੇ ਦੇ ਸਿਪਾਹੀਆਂ ਨੇ ਉਹਦੀ ਇੱਕ ਵੀ ਨਾ ਸੁਣੀ। ਰਿਸ਼ੀ ਨੇ ਬੜਾ ਸਮਝਾਇਆ, ਬੜਾ ਯਤਨ ਕੀਤਾ, ਦੱਸਣ ਦੀ ਕੋਸ਼ਿਸ਼ ਕੀਤੀ, ਪਰ ਇਹ ਸਿਪਾਹੀ ਉਹਦੀ ਗੱਲ ਸੁਣਨ ਲਈ ਤਿਆਰ ਨਹੀਂ। ਉਹ ਦੱਸਣ ਦਾ ਯਤਨ ਕਰਦਾ ਹੈ, ਸਿਪਾਹੀ ਉਹਨੂੰ ਧੱਕੇ ਨਾਲ ਗ੍ਰਿਫਤਾਰ ਕਰਕੇ ਪਕੜ ਕੇ ਲੈ ਆਏ, ਉਹਦੀ ਗੱਲ ਨਹੀਂ ਸੁਣਦੇ। ਤਸਕਰ ਲਖ ਸੂਲੀ ਦੀਏ ਤਾਹੂ। ਤੇ ਜਦੋਂ ਰਾਜੇ ਦੇ ਲਿਆ ਕੇ ਪੇਸ਼ ਕੀਤਾ ਤੇ ਰਾਜੇ ਨੇ ਕਿਹਾ ਇਹ ਚੋਰ ਹੈ, ਇਹਨੇ ਮੇਰੇ ਮਹਿਲਾਂ ਵਿੱਚ ਚੋਰੀ ਕੀਤੀ ਹੈ। ਤੇ ਚੋਰ ਜਾਣ ਕੇ ਜਿਹੜਾ ਹੈ ਇਹਨੂੰ ਸੂਲੀ ਤੇ ਲਟਕਾਉਣ ਦਾ ਜਿਹੜਾ ਸੀ ਹੁਕਮ ਦੇ ਦਿੱਤਾ। ਤਪ ਕੇ ਬਲ ਕਰ ਮਰਿਓ ਨਾ ਸੋ। ਹੁਣ ਜਦੋਂ ਇਸ ਮੁਨੀ ਨੂੰ ਸੂਲੀ ਤੇ ਲਟਕਾਇਆ ਗਿਆ, ਇਹਨੇ ਬੜਾ ਭਾਰੀ ਤਪ ਕੀਤਾ ਸੀ ਤੇ ਤਪ ਦੇ ਪ੍ਰਤਾਪ ਦੇ ਕਾਰਨ ਇਹਦੀ ਮੌਤ ਨਾ ਹੋਈ। ਧਰਮ ਰਾਏ ਸੋ ਕ੍ਰੁੱਧਤ ਹੋ। ਤੇ ਇਹ ਜਿਹੜਾ ਮੁਨੀ ਸੀ ਬੜਾ ਕ੍ਰੋਧਿਤ ਹੋਇਆ, ਧਰਮਰਾਜ ਨੂੰ ਕਹਿਣ ਲੱਗਾ, ਇਹੋ ਅਨਿਆਏ ਕਰਿਓ ਮਤ ਮੰਦ। ਕਹਿਣ ਲੱਗਾ, ਇਹ ਭੈੜੀ ਮਤ ਵਾਲੇ, ਤੂੰ ਐਸਾ ਅਨਿਆਂ ਕੀਤਾ ਆ ਮੇਰੇ ਨਾਲ, ਜਿਹੜਾ ਤੂੰ ਘੋਰ ਅਨਿਆਂ ਕੀਤਾ, ਭੈੜੀ ਖੋਟੀ ਮਤ ਵਾਲੇ। ਤੁਝ ਕੋ ਦੇ ਹੋ ਸਰਾਪ ਬਿਲੰਦ। ਧਰਮਰਾਜ ਮੈਂ ਤੈਨੂੰ ਸਰਾਪ ਦੇਵਾਂਗਾ, ਤੂੰ ਮੇਰੇ ਨਾਲ ਅਨਿਆਂ ਕੀਤਾ, ਮੇਰੇ ਨਾਲ ਇਹ ਬੜਾ ਮਾੜਾ ਵਰਤਾਰਾ ਕੀਤਾ, ਮਾੜੀ ਮਤ ਵਾਲੇ, ਤੈਨੂੰ ਮੈਂ ਸਰਾਪ ਦੇਵਾਂਗਾ। ਸਗਰੀ ਆਰ ਬਲਾ ਤਪਤਾਇਓ। ਮੈਂ ਸਾਰੀ ਉਮਰ ਤਪ ਕਰਦਿਆਂ ਬਤੀਤ ਕਰ ਦਿੱਤੀ, ਤਪ ਦੇ ਵਿੱਚ ਆਪਣੀ ਸਮਾਧੀ ਵਿੱਚ ਸਥਿਤ ਰਿਹਾ, ਸਾਰੀ ਉਮਰ ਤਪ ਕਰਦਿਆਂ ਬਤੀਤ ਕੀਤੀ। ਬਿਨ ਅਗ ਸੂਲੀ ਮੋਏ ਚੜਾਇਓ। ਬਿਨਾ ਪਾਪ ਕੀਤਿਆਂ ਮੈਨੂੰ ਸੂਲੀ ਤੇ ਚੜਵਾ ਦਿੱਤਾ ਤੂੰ। ਮੈਂ ਕੋਈ ਪਾਪ ਨਹੀਂ ਕੀਤਾ, ਸਾਰੀ ਉਮਰ ਮੈਂ ਤਪ ਕੀਤਾ ਹੈ, ਤਪ ਕਰਦਿਆਂ ਬਤੀਤ ਕੀਤੀ ਹੈ, ਤੇ ਐਸਾ ਕੋਈ ਪਾਪ ਮੈਂ ਕੀਤਾ ਹੀ ਨਹੀਂ। ਬਿਨਾ ਪਾਪ ਕੀਤੇ ਤੂੰ ਮੈਨੂੰ ਸੂਲੀ ਤੇ ਚੜਵਾਇਆ ਹੈ। ਜਮ ਤਬ ਆਏ ਮੁਨੀ ਸੋ ਕਹਿਓ। ਤੇ ਹੁਣ ਜਦੋਂ ਇਸ ਪ੍ਰਕਾਰ ਦੇ ਨਾਲ ਇਹ ਮੁਨੀ ਕ੍ਰੋਧਿਤ ਹੋਇਆ, ਧਰਮਰਾਜ ਨੂੰ ਇਸ ਤਰ੍ਹਾਂ ਕਹਿਣ ਲੱਗਾ, ਤੇ ਧਰਮਰਾਜ ਜਿਹੜਾ ਸੀ ਚੱਲ ਕੇ ਮੁਨੀ ਦੇ ਕੋਲ ਆਇਆ ਤੇ ਕਹਿਣ ਲੱਗਾ, ਪੂਰਬ ਕਰਮ ਕੇਰ ਫਲ ਲਿਓ। ਕਹਿਣ ਲੱਗਾ, ਹੇ ਮੁਨੀ ਜੀ, ਹੇ ਰਿਸ਼ੀ ਤਪਸਵੀ ਜੀ, ਇਹ ਤੁਹਾਡੇ ਪਿਛਲੇ ਕਰਮ ਦਾ ਫਲ ਤੁਹਾਨੂੰ ਪ੍ਰਾਪਤ ਹੋਇਆ ਹੈ।
ਪਿਛਲੇ ਜਨਮ ਦੇ ਵਿੱਚ ਜਿਹੜਾ ਤੁਸੀਂ ਕਰਮ ਕੀਤਾ ਸੀ, ਪੂਰਬਲੇ ਕਰਮ ਦਾ ਇਹ ਫਲ ਤੁਹਾਨੂੰ ਇਹ ਸਜ਼ਾ ਸੂਲੀ ਤੇ ਚੜਨ ਦੀ ਪ੍ਰਾਪਤ ਹੋਈ ਹੈ। ਆਰ ਬਲਾ ਬਾਲਕ ਮੈਂ ਧਰੀ। ਤੇ ਉਹ ਮੁਨੀ ਕਹਿਣ ਲੱਗਾ, ਜਦੋਂ ਇਹ ਧਰਮਰਾਜ ਕਹਿਣ ਲੱਗਾ ਉਸ ਮੁਨੀ ਨੂੰ, ਕਹਿਣ ਲੱਗੇ ਪਿਛਲੇ ਜਨਮ ਦੇ ਵਿੱਚ ਜਦੋਂ ਤੇਰੀ ਛੋਟੀ ਉਮਰ ਸੀ, ਤੂੰ ਬਾਲਕ ਅਵਸਥਾ ਦੇ ਵਿੱਚ ਸੀ, ਸੂਲ ਸੰਗ ਪ੍ਰਿੜ ਬੇਦਨ ਕਰੀ। ਤੇ ਤਾਂ ਤੂੰ ਕੀ ਕੀਤਾ, ਇੱਕ ਕੰਡਾ ਲਿਆ, ਕੰਡਾ ਲੈ ਕੇ ਉਸ ਸੂਲ ਦੇ ਨਾਲ ਅੱਕ ਦੇ ਟਿੱਡੇ ਜਿਹੜੇ ਨੇ ਸੀ ਉਹਨਾਂ ਨੂੰ ਵਿੰਨਣਾ ਕੀਤਾ। ਉਹ ਜਿਹੜੀ ਸੂਲ ਸੀ, ਕੰਡਾ ਸੀ, ਉਹਦੇ ਨਾਲ ਅੱਕ ਦੇ ਟਿੱਡੇ ਜਿਹੜੇ ਤੂੰ ਉਹ ਵਿੰਨ ਦਿੱਤੇ। ਤਿਸ ਤੇ ਸੂਲੀ ਤੋ ਕੋ ਹੋਈ। ਇਹ ਕਰਮ ਕਰਨ ਦੇ ਕਰਕੇ ਤੈਨੂੰ ਅੱਜ ਸੂਲੀ ਤੇ ਇਹ ਜਿਹੜੀ ਸਜ਼ਾ ਪ੍ਰਾਪਤ ਹੋਈ, ਅੱਜ ਤੂੰ ਸੂਲੀ ਤੇ ਚੜਿਆ। ਇਹ ਤੇਰੇ ਪਿਛਲੇ ਜਨਮ ਦਾ ਕਰਮ ਸੀ। ਤੂੰ ਸੂਲ ਦੇ ਨਾਲ ਕੰਡੇ ਨਾਲ ਜਦੋਂ ਅੱਕ ਦੇ ਟਿੱਡੇ ਵਿੰਨੇ ਤੇ ਉਹਦੀ ਸਜ਼ਾ ਅੱਜ ਤੈਨੂੰ ਪ੍ਰਾਪਤ ਹੋਈ ਆ, ਉਹਦਾ ਫਲ ਤੈਨੂੰ ਮਿਲਿਆ, ਤੂੰ ਸੂਲੀ ਤੇ ਚੜਿਆ ਹੈ। ਸੁਨ ਮੁਨੀ ਬੋਲਿਓ ਨਿਆਏ ਨਾ ਕੋਈ। ਤੇ ਮੁਨੀ ਨੇ ਜਦੋਂ ਰਿਸ਼ੀ ਨੇ ਧਰਮਰਾਜ ਦੀ ਇਹ ਗੱਲ ਸੁਣੀ ਤੇ ਸੁਣ ਕਰਕੇ ਮੁਨੀ ਬੋਲਿਆ, ਕਹਿਣ ਲੱਗਾ ਫਿਰ ਇਹ ਨਿਆਂ ਤਾਂ ਨਾ ਹੋਇਆ। ਇਹ ਕਿਹੜੇ ਨਿਆਂ ਦੀ ਗੱਲ ਹੈ, ਇਹ ਕਿਹੜਾ ਨਿਆਂ ਹੈ? ਬਾਲਕ ਬੈ ਸੁਧ ਬਿਨ ਜਬ ਰਹੇ। ਉਹ ਜਿਹੜੀ ਬਾਲਕ ਅਵਸਥਾ ਹੈ, ਮੁਨੀ ਕਹਿਣ ਲੱਗਾ, ਰਿਸ਼ੀ ਕਹਿਣ ਲੱਗਾ ਜਿਹੜੀ ਬਾਲਕ ਅਵਸਥਾ ਹੈ ਉਹਦੇ ਵਿੱਚ ਤਾਂ ਬਾਲਕ ਨੂੰ ਇਹੋ ਜਿਹੀ ਸੁੱਧ ਸਾਰ ਹੁੰਦੀ ਨਹੀਂ, ਚੰਗੇ ਮਾੜੇ ਦਾ ਪਤਾ ਹੀ ਨਹੀਂ ਹੁੰਦਾ। ਬਾਲਕ ਅਵਸਥਾ ਵਿੱਚ ਬੱਚੇ ਨੂੰ ਇਸ ਚੀਜ਼ ਦਾ ਗਿਆਨ ਨਹੀਂ ਹੁੰਦਾ। ਕਰੇ ਕਰਮ ਕਿਮ ਤੈ ਫਲ ਲਹੇ। ਹੁਣ ਬਾਲਕ ਅਵਸਥਾ ਦੇ ਵਿੱਚ ਜਿਹੜਾ ਕਰਮ ਕਰਦਾ ਹੈ, ਅਨੁਭੂਲ ਵਿੱਚ ਕਰਦਾ ਹੈ, ਉਹਨੂੰ ਗਿਆਨ ਨਹੀਂ, ਸੋਝੀ ਨਹੀਂ, ਪਤਾ ਨਹੀਂ। ਤੇ ਜੇ ਬਾਲਕ ਅਵਸਥਾ ਵਿੱਚ ਐਸਾ ਕਰਮ ਉਹਦੇ ਕੋਲ ਹੋ ਗਿਆ ਤੇ ਉਹ ਫਲ ਕਿਉਂ ਭੋਗੇ, ਉਹਨੂੰ ਕਿਉਂ ਭੋਗਣਾ ਪੈਂਦਾ ਹੈ? ਕਰੋ ਮਿਰਜਾਦ ਆਜ ਤੇ ਐਸੀ। ਕਹਿਣ ਲੱਗੇ ਅੱਜ ਤੋਂ ਇਹ ਮਰਿਆਦਾ ਜਿਹੜੀ ਆ ਉਹ ਕਾਇਮ ਕਰ ਦਿਓ। ਧਰਮਰਾਜ ਨੂੰ ਕਹਿੰਦਾ ਮੁਨੀ, ਇਹ ਮਾਂਡਵ ਮੁਨੀ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਇਹ ਜਿਹੜੀ ਮਰਿਆਦਾ ਉਹ ਕਾਇਮ ਕਰੋ। ਧਰਮ ਰਾਏ ਮੈਂ ਭਾਖੋਂ ਜੈਸੀ। ਇਹ ਧਰਮਰਾਜ ਜੀ, ਜਿਵੇਂ ਮੈਂ ਤੁਹਾਨੂੰ ਕਹਿੰਦਾ ਹਾਂ ਉਸੇ ਤਰ੍ਹਾਂ ਦੇ ਨਾਲ ਉਹ ਮਰਿਆਦਾ ਕਾਇਮ ਕਰ ਦਿਓ। ਬਾਲਕ ਬੈ ਹੋਏ ਸੁਧ ਨਮਾਈ। ਜਿਹੜੀ ਬਾਲਕ ਅਵਸਥਾ ਹੈ ਉਹਦੇ ਵਿੱਚ ਬਾਲਕ ਨੂੰ ਸੁੱਧ ਨਹੀਂ ਹੁੰਦੀ, ਸੋਝੀ ਨਹੀਂ ਹੁੰਦੀ, ਸਮਝ ਨਹੀਂ ਹੁੰਦੀ, ਗਿਆਨ ਨਹੀਂ ਹੁੰਦਾ। ਕਰੇ ਕਰਮ ਫਲ ਪਾਏ ਸੁਨਾਈ। ਤੇ ਇਹ ਮਰਿਆਦਾ ਕਾਇਮ ਕਰ ਦਿਓ ਕਿ ਜੇ ਬਾਲਕ ਅਵਸਥਾ ਵਿੱਚ ਐਸਾ ਕੋਈ ਕਰਮ ਹੋ ਜਾਵੇ ਤੇ ਉਹਦਾ ਫਲ ਉਹਨੂੰ ਭੁਗਤਣਾ ਨਹੀਂ ਪਵੇਗਾ। ਮੁਨੀ ਮਾਂਡਵ ਸੂਲੀ ਪਰ ਰਿਓ। ਤੇ ਇਸ ਤਰ੍ਹਾਂ ਦੇ ਨਾਲ ਧਰਮਰਾਜ ਨੂੰ ਇਹ ਕਹਿਣਾ ਕੀਤਾ। ਤੇ ਇਧਰੋਂ ਜਿਹੜਾ ਮਾਂਡਵ ਮੁਨੀ ਸੀ ਜਿਹਨੂੰ ਸੂਲੀ ਤੇ ਟੰਗਿਆ ਹੋਇਆ ਸੀ, ਉਹ ਸੂਲੀ ਤੇ ਉਸੇ ਤਰ੍ਹਾਂ ਟੰਗਿਆ ਹੈ। ਇੱਕ ਪਤ ਬ੍ਰਤਾ ਤਾਹੇ ਨਾ ਲਹਿਓ। ਉਸ ਵਕਤ ਜਦੋਂ ਸੂਲੀ ਤੇ ਟੰਗਿਆ ਹੋਇਆ ਹੈ, ਇੱਕ ਪਤੀਵ੍ਰਤ ਔਰਤ ਉੱਥੋਂ ਚੱਲ ਕੇ ਆਈ ਜਿਹਨੇ ਇਸ ਮਾਂਡਵ ਰਿਸ਼ੀ ਨੂੰ ਸੂਲੀ ਤੇ ਟੰਗੇ ਹੋਏ ਨੂੰ ਨਹੀਂ ਵੇਖਿਆ। ਪਿੰਗਲ ਪਤ ਕੋ ਸੀਸੇ ਉਠਾਏ। ਇਹਦਾ ਪਤੀ ਪਿੰਗਲਾ ਸੀ ਤੇ ਪਿੰਗਲਾ ਜਾਣ ਕੇ ਉਹਨੂੰ ਟੋਕਰੇ ਵਿੱਚ ਪਾ ਕੇ ਨੇ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ ਸੀ। ਚਲਤੇ ਉਸੂਲੀ ਸੰਗ ਲਗਾਏ। ਤੇ ਹੁਣ ਉਹ ਚਲਦਿਆਂ ਜਿੱਥੇ ਸੂਲੀ ਦੇ ਉੱਤੇ ਮਾਂਡਵ ਰਿਸ਼ੀ ਟੰਗਿਆ ਹੋਇਆ ਸੀ, ਜਦੋਂ ਉੱਥੇ ਪਹੁੰਚੀ ਹੈ, ਹੁਤੋ ਤਿਮਰ ਨੇ ਦੇਖਿਓ ਗਇਓ। ਕੁਝ ਹਨੇਰਾ ਹੋਣ ਕਰਕੇ ਉਹਨੇ ਸੂਲੀ ਤੇ ਟੰਗੇ ਹੋਏ ਮਾਂਡਵ ਰਿਸ਼ੀ ਨੂੰ ਨਹੀਂ ਵੇਖਿਆ, ਉਹਨੂੰ ਨਜ਼ਰ ਨਹੀਂ ਆਇਆ। ਹਲ ਕਰ ਮੁਨੀ ਦੁਖਿਓ ਰਿਸ ਭਇਓ। ਤੇ ਜਦੋਂ ਉਹ ਆਪਣੇ ਪਤੀ ਨੂੰ ਜਦੋਂ ਸਿਰ ਤੇ ਚੁੱਕਿਆ ਹੋਇਆ ਟੋਕਰੀ ਵਿੱਚ ਤੇ ਤੁਰੀ ਆ ਰਹੀ ਹੈ, ਹਨੇਰਾ ਹੋਣ ਕਰਕੇ ਨਹੀਂ ਵੇਖਿਆ, ਤੇ ਉਹ ਜਿੱਥੇ ਸੂਲੀ ਤੇ ਮਾਂਡਵ ਰਿਸ਼ੀ ਟੰਗਿਆ ਉਹਦੇ ਨਾਲ ਜਾ ਕੇ ਟਕਰਾਈ। ਤੇ ਟਕਰਾਣ ਦੇ ਨਾਲ ਸੂਲੀ ਜਿਹੜੀ ਸੀ ਹਿੱਲੀ, ਜਦੋਂ ਹਿੱਲਣ ਦੇ ਨਾਲ ਮਾਂਡਵ ਰਿਸ਼ੀ ਨੂੰ ਦੁੱਖ ਪਹੁੰਚਿਆ, ਪੀੜਾ ਮਹਿਸੂਸ ਹੋਈ। ਦਿਓ ਸਰਾਪ ਰਵ ਉਦੇਤ ਸਾਥ। ਤੇ ਉਸੇ ਵਕਤ ਰਿਸ਼ੀ ਨੇ ਸਰਾਪ ਦੇ ਦਿੱਤਾ, ਕਹਿਣ ਲੱਗਾ ਸੂਰਜ ਚੜ੍ਹਨ ਤੋਂ ਪਹਿਲਾਂ, ਉਦੇ ਹੋਣ ਤੋਂ ਪਹਿਲਾਂ ਮਰੇ ਉਠਾਇਓ ਜੋ ਨਿਜ ਨਾਥ। ਕਹਿਣ ਲੱਗਾ ਜਿਹੜਾ ਪਤੀ ਨੂੰ ਸਿਰ ਤੇ ਚੁੱਕੀ ਫਿਰਦੀ ਹੈ ਨਾ, ਪਿੰਗਲੇ ਪਤੀ ਨੂੰ, ਇਹ ਸੂਰਜ ਉਦੇ ਹੋਣ ਤੋਂ ਪਹਿਲਾਂ ਇਹਦੀ ਮੌਤ ਹੋ ਜਾਵੇਗੀ। ਸੁਨ ਪਤ ਬ੍ਰਤਾ ਬੋ ਦੁਖ ਪਾਵਾ। ਹੁਣ ਪਤੀਵ੍ਰਤ ਔਰਤ ਜਿਹੜੀ ਸੀ, ਜਦੋਂ ਇਹਨੇ ਇਹ ਗੱਲ ਸੁਣੀ, ਰਿਸ਼ੀ ਨੇ ਕਿਹਾ ਕਿ ਸੂਰਜ ਉਦੇ ਹੋਣ ਤੋਂ ਪਹਿਲਾਂ ਇਹਦੀ ਮੌਤ ਹੋ ਜਾਏਗੀ, ਇਹ ਸੁਣ ਕੇ ਬੜੇ ਦੁਖੀ ਹੋਏ। ਬਿਨ ਜਾਣੇ ਮੈਂ ਤੋਏ ਛੁਆਵਾ। ਕਹਿਣ ਲੱਗੀ ਕਿ ਮੈਂ ਜਦੋਂ ਛੂਈਆਂ ਤੈਨੂੰ, ਮੈਂ ਨਹੀਂ ਜਾਣਿਆ ਰਿਸ਼ੀ ਜੀ, ਮੈਂ ਤੁਹਾਨੂੰ ਨਹੀਂ ਵੇਖਿਆ,
ਹਨੇਰਾ ਹੋਣ ਕਰਕੇ ਮੈਂ ਕੋਈ ਜਾਣ ਕੇ ਤੁਹਾਡੇ ਨਾਲ ਨਹੀਂ ਟਕਰਾਈ, ਹਨੇਰਾ ਹੋਣ ਕਰਕੇ ਨਜ਼ਰ ਨਹੀਂ ਆਏ, ਮੈਂ ਕੋਈ ਜਾਣ ਬੁੱਝ ਕੇ ਤੁਹਾਡੇ ਨਾਲ ਨਹੀਂ ਛੋਈ ਹਾਂ। ਹੋਏ ਪ੍ਰਾਤ ਪਤੀ ਮਰ ਮਮ ਤੇ ਜਾਏ। ਹੁਣ ਪ੍ਰਾਤ ਸੂਰਜ ਉਦੇ ਹੋਣ ਤੋਂ ਪਹਿਲਾਂ ਮੇਰਾ ਪਤੀ ਮਰ ਜਾਏਗਾ। ਤੁਸੀਂ ਸ਼ਰਾਪ ਦੇ ਦਿੱਤੇ ਤਾਂ ਰਿਸ਼ੀ ਜੀ ਕਿ ਸੂਰਜ ਉਦੇ ਹੋਣ ਤੋਂ ਪਹਿਲਾਂ, ਦਿਨ ਚੜ੍ਹਨ ਤੋਂ ਪਹਿਲਾਂ ਤੇਰੇ ਪਤੀ ਦੀ ਮੌਤ ਹੋ ਜਾਏਗੀ, ਕਿ ਹੁਣ ਸੂਰਜ ਚੜ੍ਹਨ ਤੋਂ ਪਹਿਲਾਂ ਮੇਰੇ ਪਤੀ ਦੀ ਮੌਤ ਹੋ ਜਾਵੇਗੀ। ਜਾਂ ਤੇ ਨੇ ਸੂਰਜ ਨਿਕਸਾਏ। ਤੇ ਕਹਿਣ ਲੱਗੇ ਫਿਰ ਸੂਰਜ ਵੀ ਚੜ੍ਹੇਗਾ ਨਹੀਂ। ਜੇ ਮੇਰੇ ਪਤੀ ਦੀ ਮੌਤ ਹੋਏਗੀ ਤੇ ਫਿਰ ਮੈਂ ਵੀ ਸੂਰਜ ਨਹੀਂ ਚੜ੍ਹਨ ਦਿਆਂਗੇ। ਜੋ ਮੇਰੋ ਪਤੀ ਮਰਿਓ ਜੀਵਾਵੇ। ਤੇ ਸੂਰਜ ਫਿਰ ਇੱਕੋ ਸ਼ਰਤ ਤੇ ਚੜ੍ਹੇਗਾ, ਜਿਹੜਾ ਮੇਰੇ ਮਰੇ ਹੋਏ ਪਤੀ ਨੂੰ ਜੀਵਤ ਕਰੇਗਾ ਉਹ ਸੂਰਜ ਨੂੰ ਉਦੇ ਕਰਵਾ ਸਕੇਗਾ, ਕੋਈ ਵੀ ਸੂਰਜ ਨਹੀਂ ਉਦੇ ਕਰ ਸਕੇਗਾ। ਸੂਰਜ ਉਹਨੇ ਦਿਨ ਤੱਕ ਨਹੀਂ ਚੜ੍ਹੇਗਾ ਜਦੋਂ ਤੱਕ ਮੇਰਾ ਪਤੀ ਜੀਵਤ ਨਹੀਂ ਹੋਵੇਗਾ। ਮਾਰ ਤੰਡ ਕੋ ਸੋ ਉਦਤਾਵੇ। ਤੇ ਹੁਣ ਉਹੀ ਜਿਹੜਾ ਮੇਰਾ ਪਤੀ ਨੂੰ ਜੀਵਤ ਕਰੇਗਾ ਫਿਰ ਉਹੀ ਸੂਰਜ ਉਦੇ ਕਰ ਸਕੇਗਾ, ਸੂਰਜ ਨੂੰ ਉਹੀ ਚੜਾ ਸਕੇਗਾ। ਇਮ ਪਤ ਬ੍ਰਤਾ ਨੇ ਜਬ ਕਹਿਓ। ਇਸ ਤਰ੍ਹਾਂ ਦੇ ਨਾਲ ਪਤੀਵ੍ਰਤ ਔਰਤ ਨੇ ਕਹਿਣਾ ਕੀਤਾ, ਉਦਿਓ ਨ ਰਵ ਤਮ ਦੈ ਦਿਸ ਰਿਓ। ਤੇ ਕਹਿਣ ਦੇ ਦੇਰੇ ਸੀ ਕਿ ਹੁਣ ਸੂਰਜ ਨਹੀਂ ਚੜਿਆ, ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾਇਆ, ਦਸੇ ਦਿਸ਼ਾਵਾਂ ਦੇ ਵਿੱਚ ਹਨੇਰਾ ਛਾਇਆ ਹੋਇਆ ਹੈ। ਇਹ ਪਤੀਵ੍ਰਤ ਔਰਤ ਦੇ ਕਹਿਣ ਦੇ ਨਾਲ ਸੂਰਜ ਉਦੇ ਨਹੀਂ ਹੋਇਆ। 10 ਦਿਨ ਬੀਤ ਗਏ ਇਸ ਭਾਂਤੀ। ਤੇ ਜਦੋਂ 10 ਦਿਨ ਦਾ ਸਮਾਂ ਇਸ ਤਰ੍ਹਾਂ ਬਤੀਤ ਹੋ ਗਿਆ, ਸੂਰਜ ਉਦੇ ਨਹੀਂ ਹੋਇਆ, ਸੂਰਜ ਨਹੀਂ ਚੜਿਆ। 10 ਦਿਨ ਦਾ ਸਮਾਂ ਜਦੋਂ ਇਸ ਤਰ੍ਹਾਂ ਨਾਲ ਬਤੀਤ ਹੋਇਆ, ਦਸੇ ਦਿਸ਼ਾਵਾਂ ਵਿੱਚ ਹਨੇਰਾ ਜਦੋਂ ਫੈਲਿਆ ਹੈ, ਸਗਰੋ ਜਗਤ ਭਇਓ ਬਿਕੁਲਾਤੀ। ਸਾਰਾ ਜਗਤ ਵਿਆਕੁਲ ਹੋ ਉੱਠਿਆ ਹਨੇਰੇ ਦੇ ਕਾਰਨ। ਆਪਾਂ ਵੇਖਦੇ ਹਾਂ ਸਰਦੀ ਦਾ ਮੌਸਮ ਹੁੰਦਾ, ਧੁੰਦਾਂ ਪੈਂਦੀਆਂ, 2-4 ਦਿਨ ਸੂਰਜ ਨਾ ਚੜੇ ਕੈਸੀ ਹਾਲਤ ਬਣ ਜਾਂਦੀ ਹੈ। ਹੁਣ 10 ਦਿਨ ਸੂਰਜ ਚੜਿਆ ਹੀ ਨਹੀਂ, ਚਾਰੇ ਪਾਸੇ ਹਨੇਰਾ ਹੀ ਹਨੇਰਾ ਛਾਇਆ ਪਿਆ, ਸਾਰਾ ਜਿਹੜਾ ਜਗਤ ਸੰਸਾਰ ਉਹ ਵਿਆਕੁਲ ਹੋ ਉੱਠਿਆ। ਸਰਬ ਸੁਰਨ ਨੇ ਤਬ ਕੀਨੀ ਉਪਾਏ। ਜਿੰਨੇ ਵੀ ਦੇਵਤੇ ਸਨ ਉਹਨਾਂ ਨੇ ਜਦੋਂ ਐਸੀ ਹਾਲਤ ਵੇਖੀ ਤੇ ਉਹ ਸਾਰਿਆਂ ਦੇਵਤਿਆਂ ਨੇ ਮਿਲ ਕੇ ਇੱਕ ਉਪਾਅ ਕੀਤਾ। ਤਿਸ ਕੋ ਪਤ ਮਿਲ ਦਿਓ ਜੀਵਾਏ। ਤੇ ਜਿਹੜਾ ਹੁਣ ਇਹਦਾ ਪਤੀ ਸੀ ਉਹ ਰਿਸ਼ੀ ਦੇ ਸ਼ਰਾਪ ਦੇ ਕਾਰਨ ਜਿਹਦੀ ਮੌਤ ਹੋ ਗਈ, ਉਹ ਇਹ ਸਾਰੇ ਦੇਵਤਿਆਂ ਨੇ ਮਿਲ ਕੇ ਉਪਾਅ ਕਰਕੇ ਇਹਦਾ ਪਤੀ ਜੀਵਤ ਕਰ ਦਿੱਤਾ। ਇਮ ਪਤ ਬ੍ਰਤਾ ਬਿਖੇ ਬਹੁ ਬਲ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਉਂ ਪਤੀਵ੍ਰਤ ਧਰਮ ਦੇ ਵਿੱਚ ਜਿਹੜੀ ਔਰਤ ਪਰਪੱਕ ਹੈ ਉਹ ਵੱਡੇ ਬਲ ਦੇ ਸਹਿਤ ਹੈ, ਵੱਡੀਆਂ ਸ਼ਕਤੀਆਂ ਨੂੰ ਧਾਰਨ ਕਰਕੇ ਰੱਖਦੀ ਹੈ, ਵੱਡੀਆਂ ਸ਼ਕਤੀਆਂ ਦੀ ਮਾਲਕ ਹੈ, ਬੜੇ ਬਲ ਦੇ ਸਹਿਤ ਹੋ ਕੇ ਵਿਚਰਦੀ ਹੈ। ਤਰੇ ਸ਼ਕਤ ਗਮਨੇ ਸਭ ਥਲ ਹੈ। ਇਸ ਤਰ੍ਹਾਂ ਦੇ ਨਾਲ ਜਦੋਂ ਸ਼ਕਤੀ ਨੂੰ ਧਾਰਨ ਕਰ ਲੈਂਦੀ ਹੈ ਫਿਰ ਜਿੱਥੇ ਵੀ ਮਨ ਉਹਦਾ ਚਾਹੇ, ਜਿੱਥੇ ਵੀ ਧਰਤੀ ਤੇ ਜਾਣਾ ਚਾਹੇ ਉੱਥੇ ਜਾ ਪਹੁੰਚਦੀ ਹੈ, ਦੇਰੀ ਨਹੀਂ ਲੱਗਦੀ। ਜਾਂ ਤੇ ਕਾਬਲ ਤੇ ਚਲ ਆਈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਉਸੇ ਤਰ੍ਹਾਂ ਜਿਹੜਾ ਸਾਡਾ ਸਿੱਖ ਹੈ ਕਾਬਲ ਦੇ ਰਹਿ ਕੇ ਆਉਂਦੀ ਹੈ। ਇੱਕ ਪਤ ਬ੍ਰਤ ਪੁਨ ਸੇਵ ਕਮਾਈ। ਇੱਕ ਪਤੀਵ੍ਰਤ ਧਰਮ ਵਿੱਚ ਪਰਪੱਕ ਹੈ ਤੇ ਦੂਸਰਾ ਗੁਰੂ ਕੀ ਸੇਵਾ ਕਰਦੀ ਹੈ। ਪਤੀਵ੍ਰਤ ਧਰਮ ਇਹਨੇ ਜਿਹੜਾ ਧਾਰਨ ਕੀਤਾ ਹੋਇਆ ਹੈ ਉਹਦੇ ਵਿੱਚ ਵੀ ਇਹ ਪਰਪੱਕ ਹੈ ਤੇ ਦੂਸਰਾ ਇਹ ਸਮਾਂ ਨਹੀਂ ਗਵਾਉਂਦੀ, ਗੁਰੂ ਕੀ ਸੇਵਾ ਵਿੱਚ ਜੁੜਦੀ ਹੈ, ਗੁਰੂ ਕੀ ਟਹਿਲ ਸੇਵਾ ਕਰਦੀ ਹੈ। ਸਤਿਗੁਰ ਧਿਆਨ ਤਰੇ ਦਿਨ ਰੈਨ। ਦਿਨੇ ਰਾਤ ਗੁਰੂ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੀ ਹੈ। ਭਈ ਅਧਿਕ ਸ਼ਕਤੀ ਗਨ ਐਨ। ਤੇ ਇਸ ਕਰਕੇ ਸ਼ਕਤੀਆਂ ਇਹਨੇ ਧਾਰਨ ਕੀਤੀਆਂ ਨੇ, ਸ਼ਕਤੀਆਂ ਦੇ ਸਹਿਤ ਇਹ ਸ਼ਕਤੀਆਂ ਦੇ ਵਿੱਚ ਆਈਆਂ ਹਨ। ਗ੍ਰਸਤ ਵਿਖੇ ਜੇ ਭਗਤ ਕਰਨ ਤੇ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਗ੍ਰਸਤ ਧਰਮ ਦੇ ਵਿੱਚ ਰਹਿੰਦੇ ਆ, ਗ੍ਰਸਤ ਨਿਭਾਉਂਦਿਆਂ ਹੋਇਆਂ ਜਿਹੜੇ ਭਗਤੀ ਵਿੱਚ ਜੁੜਦੇ ਨੇ, ਭਗਤੀ ਕਰਦੇ ਹਨ। ਗੁਰ ਸੇਵੇਂ ਪ੍ਰਭ ਕੋ ਸਿਮਰਨ ਤੇ। ਗੁਰੂ ਕੀ ਸੇਵਾ ਕਰਦੇ ਨੇ, ਗੁਰੂ ਕੀ ਸੇਵਾ ਕਰਦਿਆਂ ਪ੍ਰਭੂ ਦਾ ਸਿਮਰਨ ਕਰਦੇ ਨੇ। ਜਿਨ੍ਹਾਂ ਗੁਰਸਿੱਖਾਂ ਦਾ ਐਸਾ ਜੀਵਨ ਹੈ ਉਹ ਗ੍ਰਸਤ ਵਿੱਚ ਵੀ ਰਹਿੰਦਿਆਂ ਹੋਇਆਂ ਗ੍ਰਸਤ ਦੇ ਫਰਜ਼ ਵੀ ਨਿਭਾਉਂਦੇ ਨੇ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਭਗਤੀ ਵੀ ਕਰਦੇ ਨੇ, ਗੁਰੂ ਦੀ ਸੇਵਾ ਵਿੱਚ ਜੁੜਦੇ ਨੇ, ਗੁਰੂ ਕੀ ਸੇਵਾ ਕਰਦੇ ਨੇ ਤੇ ਪ੍ਰਭੂ ਦਾ ਸਿਮਰਨ ਹਰ ਵੇਲੇ ਆਪਣੀ ਰਸਨਾ ਦੁਆਰਾ ਕਰਦੇ ਹਨ। ਤਿਨ ਸਮਾਨ ਦੂਸਰ ਨੇ ਹੋਏ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਉਹਦੇ ਸਮਾਨ ਦੂਜਾ ਹੋਰ ਦੁਨੀਆ ਵਿੱਚ ਕੋਈ ਨਹੀਂ ਹੋ ਸਕਦਾ। ਜਿਹੜਾ ਗੁਰੂ ਕੀ ਸੇਵਾ ਕਰਦਾ ਹੈ, ਗ੍ਰਸਥ ਧਰਮ ਵਿੱਚ ਰਹਿੰਦੇ ਆ, ਭਗਤੀ ਰੂਪ ਮਾਰਗ ਤੇ ਚੱਲਦਾ ਹੈ, ਪ੍ਰਭੂ ਦਾ ਸਿਮਰਨ ਕਰਦਾ ਹੈ, ਕਹਿਣ ਪਾਤਸ਼ਾਹ ਕਹਿੰਦੇ ਉਹਦੇ ਸਮਾਨ ਜਗਤ ਵਿੱਚ ਸੰਸਾਰ ਵਿੱਚ ਦੂਜਾ ਕੋਈ ਨਹੀਂ ਹੋ ਸਕਦਾ। ਸੁਨ ਗੁਰ ਤੇ ਹਰਖੇ ਸਭ ਕੋਏ। ਇਸ ਤਰ੍ਹਾਂ ਦੇ ਨਾਲ ਸੁਣ ਕਰਕੇ ਸਾਰੀਆਂ ਸਿੱਖ ਸੰਗਤਾਂ ਬੜੀਆਂ ਪ੍ਰਸੰਨ ਹੋਈਆਂ ਸਤਿਗੁਰੂ ਪਾਤਸ਼ਾਹ ਜੀ ਦੇ ਕੋਲੋਂ ਜਦੋਂ ਸੁਣਿਆ ਹੈ। ਧੰਨ ਧੰਨ ਤੁਮ ਪ੍ਰਭੂ ਕਿਰਪਾਲੂ। ਕਹਿਣ ਲੱਗੇ ਹੇ ਕਿਰਪਾਲੂ ਪ੍ਰਭੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੁਸੀਂ ਧੰਨ ਹੋ, ਧੰਨ ਹੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ। ਦਾਤਾ ਸ਼ਕਤੀ ਬ੍ਰਿੰਦ ਬਿਸਾਲੂ। ਜਿਹੜੇ ਆਪ ਵੱਡੀਆਂ ਸ਼ਕਤੀਆਂ ਦੇ ਦਾਤੇ ਹੋ, ਸਾਰਿਆਂ ਨੂੰ ਸ਼ਕਤੀਆਂ ਬਖਸ਼ਣ ਵਾਲੇ ਹੋ, ਸ਼ਕਤੀਆਂ ਦੇਣ ਵਾਲੇ, ਸ਼ਕਤੀਆਂ ਦੇ ਦਾਤੇ ਹੋ। ਪੁੰਨ ਸੋ ਮਾਈ ਨਿਕਟ ਹਕਾਰੀ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਮਾਈ ਨੂੰ, ਉਸ ਬੀਬੀ ਨੂੰ ਆਪਣੇ ਕੋਲ ਬੁਲਾਇਆ। ਕਰੀ ਨਿਹਾਲ ਸੁਗਿਰਾ ਉਚਾਰੀ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ, ਨਿਹਾਲ ਕਰ ਦਿੱਤਾ ਇਸ ਮਾਈ ਨੂੰ। ਸਤਿਗੁਰੂ ਪਾਤਸ਼ਾਹ ਜੀ ਮੁਖ ਤੋਂ ਬੋਲੇ, ਕਹਿਣ ਲੱਗੇ ਆਤਮ ਗਿਆਨ ਦੰਪਤੀ ਪਾਵੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਸੀਂ ਦੋਵੇਂ ਪਤੀ ਪਤਨੀ ਆਤਮ ਗਿਆਨ ਨੂੰ ਪ੍ਰਾਪਤ ਹੋਵੋਗੇ, ਆਤਮ ਗਿਆਨ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ। ਅੰਤ ਸਮੇਂ ਮੁਝ ਸੋ ਮਿਲ ਜਾਵੋ। ਅੰਤ ਸਮੇਂ ਫਿਰ ਤੁਸੀਂ ਮੇਰੇ ਵਿੱਚ ਹੀ ਮਿਲ ਜਾਵੋਗੇ, ਮੇਰਾ ਰੂਪ ਹੋ ਜਾਵੋਗੇ। ਇਮ ਪ੍ਰਸੰਗ ਤਿਸ ਮਾਈ ਕੇਰਾ। ਇਸ ਪ੍ਰਕਾਰ ਦੇ ਨਾਲ ਕਾਬਲ ਦੀ ਇਸ ਮਾਈ ਦਾ ਜਿਹੜਾ ਇਹ ਪ੍ਰਸੰਗ ਹੈ, ਕਰਿਓ ਉਦਾਰ ਪਰਮ ਸੁਖ ਹੀਰਾ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦੇ ਵਿੱਚ ਪ੍ਰਗਟ ਕੀਤਾ, ਸਾਰਿਆਂ ਨੇ ਪਰਮ ਸੁਖ ਨੂੰ ਮੰਨਣਾ ਕੀਤਾ। ਜਿਹੜੀ ਇਹ ਮਾਈ ਵੀ ਪਰਮ ਸੁਖ ਨੂੰ ਪ੍ਰਾਪਤ ਕਰਕੇ ਗੁਰੂ ਕੀ ਸੇਵਾ ਕਰਦੇ। ਸਤਿਗੁਰ ਸਕਲ ਸ਼ਕਤ ਕੋ ਦਾਤਾ। ਸਤਿਗੁਰੂ ਪਾਤਸ਼ਾਹ ਜੀ ਸਾਰੀਆਂ ਸ਼ਕਤੀਆਂ ਦੇ ਦਾਤੇ ਨੇ, ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਸਿੱਖ ਸੰਗਤ ਸਭ ਹਿਨ ਮਨ ਜਾਤਾ। ਸਿੱਖ ਸੰਗਤਾਂ ਨੇ ਜਾਣਿਆ ਕਿ ਸਤਿਗੁਰੂ ਪਾਤਸ਼ਾਹ ਜੀ ਸਮਰੱਥ ਹਨ, ਸਾਰੀਆਂ ਸ਼ਕਤੀਆਂ ਸਤਿਗੁਰੂ ਪਾਤਸ਼ਾਹ ਜੀ ਦੇ ਹੱਥ ਵਿੱਚ ਨੇ। ਜਿਹਨੂੰ ਚਾਹਣ ਜਿਹਦੇ ਤੇ ਕਿਰਪਾ ਕਰਨ ਉਹਨੂੰ ਬਖਸ਼ ਦਿੰਦੇ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਉਪਮਾ ਕਰਦੇ ਆ। ਸਾਰੀਆਂ ਸੰਗਤਾਂ ਇਉਂ ਗੁਰੂ ਸਾਹਿਬ ਜੀ ਦਾ ਜਸ ਜਿਹੜਾ ਉਹ ਕਰ ਰਹੀਆਂ ਹਨ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਸੇਵਾ ਕਰਕੇ ਜਿੱਥੇ ਸਿੱਖ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ, ਉਥੇ ਪਤੀਵ੍ਰਤ ਔਰਤ ਦਾ ਧਰਮ ਕੀ ਹੈ, ਉਹਦਾ ਜੀਵਨ ਕੈਸਾ ਹੈ, ਉਹ ਵੀ ਸਿੱਖ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਦੱਸਣਾ ਕੀਤਾ। ਕਿਵੇਂ ਸਤਿਗੁਰੂ ਪਾਤਸ਼ਾਹ ਜੀ ਹੁਣ ਸਿੱਖ ਸੰਗਤਾਂ ਪੁੱਛਦੀਆਂ ਹਨ ਕਿ ਅੱਗੇ ਗੁਰਤਾ ਗੱਦੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸੁਸ਼ੋਭਿਤ ਹੋਣਗੇ ਕਿ ਰਾਮਾ ਜੀ। ਇਹ ਸਵਾਲ, ਇਹ ਪ੍ਰਸ਼ਨ ਕਰਦੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ। ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਮਹਾਨ ਸ੍ਰੇਸ਼ਟ ਜਸ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਭੁੱਲਾਂ ਨਾ ਚਤਾਰਨੀਆਂ, ਆਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਹੇ ਅਚੁਤ ਹੈ ਪਾਰ ਬ੍ਰਹਮ ਨਾਸੀ ਅਗਨਾਸ
हे पूरण हे सर्वमय दुख भंजन गुणतास हे संगे है निरंकार हे निर्गुण सब टेक हे गोविंद है गुण निधान के सदा बबेक हे अपरंपर हर हरे है पियो अनहार हे संता का सदा संग धारा आधार हे ठाकुर हाउ दासुर है निर्गुण गुण नहीं कोई नानक दीजै नाम दान राखो ये परोए आए प्रभ शरणागते निध दयाल एक अखर हर मन बस्त नानक होते नियाल वाहिगुरु नाम जहाज है चढ़े सो तेरे पार जो शरदा कर से मंदे गुर पारे उतारन हार वाहिगुरु नाम जहाज है चढ़े सो तेरे पार जो शरदा कर से मंदे गुर पारे उतारन हार वाहिगुरु जी का खालसा वाहिगुरु जी की फतेह। Right, right. श्री